आप लिहो तुम कथा सुधारी। दोहरा भगत बिराजत निकट गुर, दर्शन ते सुख पाए। मनहो शांत चित शिव थिरियो, बीच मुनन समुदाय। वाहिगुरु जी का खालसा, वाहिगुरु जी की फतेह। गुरु महाराज की साजी नवाजी, गुरु खालसा साध संगत जी, सतगुਰਾਂ ਦੀ पावन पवित्र हजूरी ਵਿੱਚ ਸੰਧਿਆ ਦੇ ਦੀਵਾਨ ਸਜੇ ਹਨ। ਅੰਮ੍ਰਿਤਮਈ ਗੁਰਬਾਣੀ ਸ੍ਰੀ ਸੋਧਾ ਰਹਿਰਾਸ ਸਾਹਿਬ ਦੇ ਪਾਠ, ਆਰਤੀ ਆਰਤੇ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਤੇ ਗੁਰੂ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਤੇ ਗੁਰ ਇਤਿਹਾਸ ਦੀ ਕਥਾ ਸੁਣੀਏ। ਗੁਰੂ ਅਰਜਨ ਦੇਵ ਜੀ ਨੇ ਸਾਡੇ ਭਲੇ ਵਾਸਤੇ ਪੂਰੀ ਦੁਨੀਆ ਦਾ ਕਲਿਆਣ ਕਰਨ ਲਈ ਇਸ ਧਰਤੀ ਉੱਤੇ ਸਰਬ ਸ਼੍ਰੋਮਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਹੈ। ਇਹਦੇ ਵਰਗਾ ਅਵਰਉਪਕਾਰ ਹੋਰ ਕਿਤੇ ਨਹੀਂ ਹੋਇਆ ਜੈਸਾ ਗੁਰੂ ਅਰਜਨ ਦੇਵ ਜੀ ਨੇ ਕੀਤਾ। ਇਹ ਰੱਬੀ ਅਕਾਲੀ ਬਾਣੀ, ਜਿਸ ਦੀ ਮਹਿਮਾ ਜਸ ਵੇਦ ਪੁਰਾਣੀ ਗਾਇਆ। ਵੇਦਾਂ ਪੁਰਾਣਾਂ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਲਿਖੀ ਹੋਈ। ਪਹਿਲਾਂ ਹੀ ਭਵਿਸ਼ ਪੁਰਾਣ ਵਿੱਚ ਲਿਖਿਆ ਹੋਇਆ ਹੈ ਵੀ ਕਲਯੁਗ ਦੇ ਵਿੱਚ ਪਰਮੇਸ਼ਰ ਦਾ ਪੂਰਨ ਅਵਤਾਰ ਹੋਵੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ ਧਾਰ ਕੇ ਦੁਨੀਆ ਤੇ ਪਰਮੇਸ਼ਰ ਆਵੇਗਾ। ਬੇਦੀ ਵੰਸੇ ਮਦਰ ਦੇਸੇ, ਬੇਦੀ ਵੰਸ ਹੋਵੇਗਾ ਔਰ ਮਦਰ ਦੇਸ਼, ਜਿਹਨੂੰ ਪੰਜਾਬ ਕਹਿੰਦੇ ਆ, ਪਹਿਲਾਂ ਮਦਰ ਦੇਸ਼ ਕਹਿੰਦੇ ਸੀ। ਉਹਦੇ ਵਿੱਚ ਮਹਾਰਾਜ ਅਵਤਾਰ ਧਾਰ ਕੇ 10 ਜਾਮੇ ਧਾਰਨ ਕਰਨਗੇ। 5ਵੇਂ ਜਾਮੇ ਵਿੱਚ ਸਾਰਿਆਂ ਵੇਦਾਂ ਸ਼ਾਸਤਰਾਂ ਨਾਲੋਂ ਵੱਡਾ ਮਹਾਨ ਪਵਿੱਤਰ ਗ੍ਰੰਥ ਸ਼੍ਰੋਮਣੀ ਬਾਣੀ ਗੁਰੂ ਕੀ, ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰਨਗੇ। ਇਹ ਵੇਦ ਵਿਆਸ ਜੀ ਨੇ 5000 ਵਰ੍ਹੇ ਪਹਿਲਾਂ ਲਿਖਤਾ ਸੀ। ਸਾਧ ਸੰਗਤ ਜੀ, ਉਹ ਬਚਨ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਪੂਰਾ ਕੀਤਾ ਹੈ। ਕਲਯੁਗ ਦੇ ਸਮੇਂ 'ਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਵਾ ਰਹੇ ਨੇ। ਹੁਣ ਆਪਾਂ ਸੁਣਿਆ ਵੀ 4 ਭਗਤ ਜਿਹੜੇ ਲਾਹੌਰ ਦੇ ਰਹਿਣ ਵਾਲੇ ਸਨ, ਉਹਨਾਂ ਨੂੰ ਮਹਾਰਾਜ ਨੇ ਜਵਾਬ ਦੇ ਦਿੱਤਾ ਵੀ ਤੁਹਾਡੀ ਬਾਣੀ ਗੁਰਮਤਿ ਆਸ਼ੇ ਦੇ ਅਨੁਕੂਲ ਨਹੀਂ ਹੈ, ਇਸ ਕਰਕੇ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਚਾੜੀ ਜਾ ਸਕਦੀ, ਕਿਉਂਕਿ ਇਸ ਨੂੰ ਪੜ੍ਹ ਕੇ ਕਲਯੁਗੀ ਜੀਵਾਂ ਨੂੰ ਭਰਮ ਪੈਦਾ ਹੋ ਜਾਏਗਾ। ਉਹ ਚਾਰੇ ਨਾਰਾਜ਼ ਹੋ ਕੇ ਚਲੇ ਗਏ। ਕਾਨ੍ਹਾ ਜੀ ਦੀ ਮੌਤ ਰਸਤੇ 'ਚ ਹੀ ਹੋ ਗਈ। ਉਹ ਪ੍ਰਸੰਗ ਤੋਂ ਬਾਅਦ ਆਪਾਂ ਇਹ ਪ੍ਰਸੰਗ ਸੁਣਿਆ। ਕਾਸ਼ੀ ਦੇ ਰਹਿਣ ਵਾਲੇ ਪੰਡਿਤ ਹਰੀ ਲਾਲ ਕ੍ਰਿਸ਼ਨ ਲਾਲ ਜੀ, ਇਹ ਬੜੇ ਵਿਦਵਾਨ, ਸ਼ਾਸਤਰਾਂ ਦੇ ਗਿਆਤਾ, ਵੇਦਾਂ ਦੇ ਗਿਆਤਾ ਸਨ। ਕਾਸ਼ੀ 'ਚ ਰਹਿੰਦੇ ਸਨ, ਪਰ ਇੰਨਾ ਪੜ੍ਹ ਲਿਖ ਕੇ ਵੀ ਮਨ ਨੂੰ ਪੂਰੀ ਸ਼ਾਂਤੀ ਨਹੀਂ ਸੀ ਮਿਲੀ। ਇੱਕ ਦਿਨ ਸੋਚਦੇ ਆ ਵੀ ਆਪਣੇ ਦਾਦੇ ਦੇ ਕੋਲ ਜਿਹੜੇ ਗ੍ਰੰਥ ਸੀ ਆਪਾਂ ਉਹ ਦੇਖੀਏ, ਸ਼ਾਇਦ ਉਹਨਾਂ 'ਚੋਂ ਕੋਈ ਐਸਾ ਗ੍ਰੰਥ ਮਿਲ ਜਾਏ ਜਿਹਨੂੰ ਪੜ੍ਹ ਕੇ ਸ਼ਾਂਤੀ ਆ ਜਾਏ। ਆਪਣੇ ਦਾਦੇ ਦੀਆਂ ਪੋਥੀਆਂ ਫਰੋਲਦੇ ਇਹਨਾਂ ਨੂੰ ਉਹਨਾਂ 'ਚੋਂ 4 ਸ਼ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਿਲ ਗਏ, ਜਿਹੜੇ ਸਤਿਗੁਰਾਂ ਨੇ ਪੰਡਿਤ ਗੋਪਾਲ ਚੰਦ ਕਾਸ਼ੀ ਦੇ ਪੰਡਿਤ ਨੂੰ ਬਖਸ਼ੇ ਸੀ। ਉਹ ਇਹਨਾਂ ਦਾ ਦਾਦਾ ਸੀ। ਜਦੋਂ ਮਹਾਰਾਜ ਗੁਰੂ ਨਾਨਕ ਦੇਵ ਜੀ ਕਾਸ਼ੀ ਗਏ ਤੇ ਪੰਡਿਤ ਗੋਪਾਲ ਚੰਦ ਜੀ ਨੇ ਸੇਵਾ ਕੀਤੀ, ਪ੍ਰੇਮ ਕੀਤਾ, ਬੇਨਤੀ ਕੀਤੀ ਮਹਾਰਾਜ ਮੈਨੂੰ ਉਪਦੇਸ਼ ਦਿਓ। ਤੇ ਮਹਾਰਾਜ ਨੇ ਉਹਦੇ ਵਾਸਤੇ ਪੜ੍ਹਿਆ ਸੀ, ਪੜ੍ਹ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਧਨ, ਮੁਖ ਝੂਠ ਵਿਭੂਖ ਨਸਾਰਮ, ਤ੍ਰੈਪਾਲ ਤਿਹਾਲ ਵਿਚਾਰਮ, ਗਲ ਮਾਲਾ ਤਿਲਕ ਲਲਾਟਮ, ਕੋਈ ਧੋਤੀ ਬਸਤਰ ਕਪਾਟਮ, ਜੇ ਜਾਨਸ ਬ੍ਰਹਮੰ ਕਰਮੰ, ਸਭ ਫੋਕੜ ਨਿਹਚੋ ਕਰਮੰ, ਕਉ ਨਾਨਕ ਨਿਹਚੋ ਧਿਆਵੈ, ਮੈਨੂੰ ਸਤਿਗੁਰ ਬਾੜ ਨਾ ਪਾਵੇ। ਇਹ 4 ਸ਼ਲੋਕ ਸੀ ਮਹਾਰਾਜ ਦੇ। ਪੰਡਿਤ ਹਰੀ ਲਾਲ ਜੀ ਤੇ ਕ੍ਰਿਸ਼ਨ ਲਾਲ ਜੀ ਜਦੋਂ ਪੜ੍ਹਿਆ ਤੇ ਮਨ ਸ਼ਾਂਤ ਹੋ ਗਿਆ। ਫਿਰ ਮਨ 'ਚ ਆਇਆ ਵੀ ਜਿਨ੍ਹਾਂ ਦੀ ਬਾਣੀ ਹੈ ਚੱਲ ਕੇ ਉਹਨਾਂ ਸਤਿਗੁਰਾਂ ਦੇ ਦਰਸ਼ਨ ਕਰੀਏ। ਇਹ ਦੋਵੇਂ ਭਰਾ ਸ੍ਰੀ ਅੰਮ੍ਰਿਤਸਰ ਜੀ ਆਏ, ਗੁਰੂ ਅਰਜਨ ਦੇਵ ਜੀ ਨੂੰ ਮੱਥਾ ਟੇਕਿਆ, ਨਾਲੇ ਗੁਰੂ ਨਾਨਕ ਦੇਵ ਜੀ ਦੇ 4 ਸ਼ਲੋਕ ਭੇਟਾ ਕੀਤੇ ਤੇ ਨਾਲੇ ਕਿਹਾ ਮਹਾਰਾਜ ਇੱਦਾਂ ਦੇ ਸ਼ਲੋਕ ਹੋਰ ਉਚਾਰ ਦਿਓ, ਸਾਡੀ ਬੋਲੀ ਵਿੱਚ ਸਾਨੂੰ ਇਹ ਬੋਲੀ ਸਮਝ ਆਉਂਦੀ ਹੈ।
ਮਹਾਰਾਜ ਨੇ ਉਹਨਾਂ ਦੀ ਬੇਨਤੀ ਮੰਨ ਕੇ ਸਹਿਜ ਕੀਰਤੀ ਦੇ ਸ਼ਲੋਕ ਉਚਾਰਨ ਕੀਤੇ, ਜਿਹੜੇ ਆਪਾਂ ਸਰਵਣ ਕਰਦੇ ਹਾਂ। ਕਤੰਚ ਮਾਤਾ ਕਤੰਚ ਪਿਤਾ ਕਤੰਚ ਬਣਤਾ ਵਿਨੋਦ ਸੁਤ ਹੈ, ਕਤੰਚ ਭਰਾਤ ਮੀਤ ਹਿਤ ਬੰਧਵ ਕਤੰਚ ਬਹੁ ਕੁਟੰਬਤੇ। ਇਹ ਸ਼ਲੋਕ ਮਹਾਰਾਜ ਨੇ ਉਚਾਰਨ ਕੀਤੇ। ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਵੇ, ਪੁਰਾਣੇ ਜ਼ਮਾਨੇ 'ਚ ਖਾਲਸੇ ਪੰਥ ਦੀਆਂ ਟਕਸਾਲਾਂ ਵਿੱਚ ਮਰਜ਼ਾਦਾ ਸੀ। ਗੁਰਸਿੱਖ ਇੱਦਾਂ ਕਰਦੇ ਸੀ ਬਈ ਸਹਿਜ ਕੀਰਤੀ ਦੇ ਸ਼ਲੋਕਾਂ ਦੀ ਕਥਾ ਕਰਵਾਇਆ ਕਰਦੇ ਸੀ। ਜਾਂ ਜੈਤਸਰੀ ਦੀ ਵਾਰ ਦੀ ਕਥਾ ਹੁੰਦੀ ਸੀ, ਜਾਂ ਸਹਿਜ ਕੀਰਤੀ ਦੇ ਰੋਜ਼ ਸ਼ਾਮ ਨੂੰ ਸਾਰਾ ਦਿਨ ਸਹਿਜ ਪਾਠ ਹੁੰਦਾ ਸੀ ਘਰਾਂ ਵਿੱਚ। ਸ਼ਾਮ ਨੂੰ ਕੋਈ ਕਥਾ ਵਾਲਾ ਸਿੰਘ ਗਿਆਨੀ ਸਿੰਘ ਬੁਲਾ ਕੇ ਤੇ ਗਿਆਨੀ ਸਿੰਘਾਂ ਤੋਂ ਇਹਦੇ ਸਹਿਜ ਕੀਰਤੀ ਦੇ ਸ਼ਲੋਕਾਂ ਦੀ ਕਥਾ ਸੰਗਤਾਂ ਸੁਣਦੀਆਂ ਸਨ। ਇਹ ਪੰਥ ਦੀਆਂ ਜੇ ਪੁਰਾਤਨ ਜਥੇਬੰਦੀਆਂ ਹਨ, ਟਕਸਾਲਾਂ, ਸੰਪਰਦਾਵਾਂ, ਦਲ ਪੰਥ, ਉਹਨਾਂ ਵਿੱਚ ਇਹ ਮਰਜ਼ਾਦਾ ਹੈ, ਪਰ ਆਮ ਸੰਗਤਾਂ ਵਿੱਚ ਅਲੋਪ ਹੋ ਗਈ। ਕਿਉਂਕਿ ਇਹਨਾਂ ਸ਼ਲੋਕਾਂ 'ਚ ਮਹਾਰਾਜ ਨੇ ਵਿਰਾਗ, ਬ੍ਰਹਮ ਗਿਆਨ, ਭਗਤੀ, ਇਹ ਸਾਰਾ ਸਮਝਾਇਆ ਹੋਇਆ। ਬਹੁਤ ਤਰੀਕੇ ਨਾਲ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਐਸਾ ਉਪਦੇਸ਼ ਦਿੱਤਾ, 7-8 ਦਿਨ ਜਿਹਦੀ ਕਥਾ ਸੁਣ ਲਵੇ ਦਸਹਿਰੇ ਤੱਕ ਪੁਰਾਣੀ, ਤੇ ਉਹਨੂੰ ਉਂਝ ਹੀ ਸਾਧ ਸੰਗਤ ਜੀ ਸੰਸਾਰ ਵੱਲੋਂ ਵਿਰਾਗ ਤੇ ਪਰਮੇਸ਼ਰ ਨਾਲ ਪ੍ਰੇਮ ਪੈਦਾ ਹੋ ਜਾਂਦਾ। ਬੜਾ ਬ੍ਰਹਮ ਗਿਆਨ ਸਹਿਜ ਕੀਰਤੀ ਸ਼ਲੋਕਾਂ ਵਿੱਚ। ਇਸ ਤੋਂ ਬਾਅਦ ਭਗਤ ਕਬੀਰ ਜੀ ਮਹਾਰਾਜ ਤੇ ਫਰੀਦ ਜੀ ਦੇ ਸ਼ਲੋਕ। ਫਿਰ ਇਹ ਭਗਤ ਵਾਪਸ ਸੱਚਖੰਡ ਚਲੇ ਗਏ। ਇਹ ਰੂਹਾਂ ਹੀ ਆਈਆਂ ਸਨ ਬਾਣੀ ਦਰਜ ਕਰਾਉਣ ਵਾਸਤੇ, ਕਰਾ ਕੇ ਵਾਪਸ ਚਲੀਆਂ ਗਈਆਂ। ਬੜੇ ਸਤਿਕਾਰ ਨਾਲ ਸਰੋਪੇ ਦੇ ਕੇ ਗੁਰੂ ਸਾਹਿਬ ਨੇ ਇਹਨਾਂ ਰੂਹਾਂ ਨੂੰ ਸੱਚਖੰਡ ਭੇਜਿਆ। ਤੁਸੀਂ ਕਹੋਗੇ ਵੀ ਸਰੀਰ ਕਰਕੇ ਤਾਂ ਆਏ ਨਹੀਂ, ਸਰੋਪੇ ਕਿਹਨੂੰ ਦਿੱਤੇ? ਸਾਧ ਸੰਗਤ ਜੀ, ਰੂਹਾਂ ਨੂੰ ਵੀ ਸਰੋਪੇ ਹੁੰਦੇ ਆ। ਉਹ ਦਿੱਤੇ ਆ ਬਾਣੀ, ਜਿਹੜੇ ਸ਼ਬਦ ਉਚਾਰਨ ਕੀਤੇ ਨਾ ਨਾਲ, ਜਿਵੇਂ ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ। ਕਬੀਰ ਜੀ ਦੀ ਬਾਣੀ ਚੱਲ ਰਹੀ ਸੀ, ਵਿੱਚ ਪੰਜਵੇਂ ਪਾਤਸ਼ਾਹ ਨੇ ਆਪਣਾ ਸ਼ਬਦ ਪਾ ਕੇ ਸਰੋਪਾ ਦਿੱਤਾ ਹੈ। ਇਹ ਸੂਖਮ ਗੱਲਾਂ ਨੇ। ਅਸੀਂ ਤਾਂ ਬਾਹਰੀ ਤੌਰ ਤੇ ਦੇਖਦੇ ਹਾਂ ਵੀ 2 ਗਜ ਦਾ ਕੱਪੜਾ ਗਲ 'ਚ ਪਾ ਦਿਓ ਤਾਂ ਹੀ ਸਰੋਪਾ ਹੁੰਦਾ। ਉਹ ਗੱਲ ਨਹੀਂ ਉੱਥੇ, ਉਹ ਅੰਦਰ ਦੀ ਖੇਡ ਹੈ। ਸਤਿਕਾਰ, ਮਾਣ, ਰੂਹ ਦਾ ਰੂਹ ਕਰ ਰਹੀ ਹੈ। ਇਹ ਮਹਾਂਪੁਰਸ਼ ਵਾਪਸ ਚਲੇ ਗਏ। ਭਾਈ ਗੁਰਦਾਸ ਜੀ ਨੂੰ ਹੁਕਮ ਹੋਇਆ, ਲਿਆਓ ਭਾਈ ਸਾਹਿਬ ਤੁਹਾਡੀ ਬਾਣੀ ਦਰਜ ਕਰੀਏ ਗੁਰੂ ਗ੍ਰੰਥ ਸਾਹਿਬ। ਭਾਈ ਸਾਹਿਬ ਕਹਿੰਦੇ, ਸੱਚੇ ਪਾਤਸ਼ਾਹ, ਸੇਵਕ ਦੀ ਥਾਂ ਚਰਨਾਂ 'ਚ ਹੁੰਦੀ ਹੈ, ਮੈਨੂੰ ਆਪਣੇ ਚਰਨਾਂ 'ਚ ਰੱਖੋ, ਬਾਣੀ ਮੇਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਨਾ ਕਰੋ। 3 ਵਾਰੀ ਸਤਿਗੁਰਾਂ ਨੇ ਬਚਨ ਕੀਤਾ ਤੁਹਾਡੀ ਬਾਣੀ ਵੀ ਦਰਜ ਕਰ ਦਈਏ। ਕਹਿੰਦੇ ਨਹੀਂ ਮਹਾਰਾਜ, ਮੈਨੂੰ ਚਰਨਾਂ 'ਚ ਥਾਂ ਦਿਓ। ਤੀਜੀ ਵਾਰੀ ਜਦੋਂ ਨਿਮਰਤਾ ਨਾਲ ਬੇਨਤੀ ਕੀਤੀ, ਮਹਾਰਾਜ ਮੰਨ ਗਏ। ਕਹਿਣ ਲੱਗੇ, ਠੀਕ ਹੈ ਭਾਈ ਸਾਹਿਬ, ਤੁਹਾਡੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਨਹੀਂ ਹੋਵੇਗੀ, ਪਰ ਤੁਹਾਡੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਹੋਵੇਗੀ। ਤੁਹਾਡੀ ਬਾਣੀ ਪੜ੍ਹੇ ਤੋਂ ਬਿਨਾਂ ਗੁਰਬਾਣੀ ਦੇ ਅਰਥ ਨਹੀਂ ਖੁੱਲ੍ਹਣਗੇ, ਗੁਰਮਤਿ ਦਾ ਭੇਦ ਨਹੀਂ ਆਵੇਗਾ। ਭਾਈ ਸਾਹਿਬ ਭਾਈ ਗੁਰਦਾਸ ਜੀ, ਉਹਨਾਂ ਦੀ ਬਾਣੀ ਸਾਧ ਸੰਗਤ ਜੀ ਗੁਰਬਾਣੀ ਦੀ ਕੁੰਜੀ ਹੈ। 40 ਵਾਰਾਂ ਭਾਈ ਸਾਹਿਬ ਨੇ ਲਿਖੀਆਂ ਸੀ। 675 ਕਵਿਤ ਸਵਈਏ ਸਾਨੂੰ ਮਿਲਦੇ ਉਹਨਾਂ ਦੇ। ਭਾਈ ਵੀਰ ਸਿੰਘ ਜੀ ਦਾ ਖਿਆਲ ਹੈ ਵੀ ਬਾਣੀ ਤਾਂ ਉਹਨਾਂ ਦੀ ਹੋਰ ਵੀ ਹੈ, ਪਰ ਅਜੇ ਸਾਨੂੰ ਮਿਲੀ ਨਹੀਂ। ਇਹੋ ਜਿਹੇ ਜੰਗਾਂ ਯੁੱਧਾਂ 'ਚ ਪੰਥ ਨਿਕਲਿਆ, ਕਈ ਗ੍ਰੰਥ ਗੁਪਤ ਹੀ ਹੋ ਗਏ। 6 ਸ਼ਲੋਕ ਸੰਸਕ੍ਰਿਤ ਵਿੱਚ ਵੀ ਭਾਈ ਸਾਹਿਬ ਨੇ ਕਾਂਸ਼ੀ 'ਚ ਰਚੇ ਸੀ, ਜਿਨ੍ਹਾਂ ਸ਼ਲੋਕਾਂ 'ਚ ਵਾਹਿਗੁਰੂ ਪਦ ਦਾ ਅਰਥ ਕੀਤਾ ਹੋਇਆ। ਵਾਵਾ, ਹਾਹਾ, ਗੱਗਾ, ਰਾਰਾ 4 ਅੱਖਰਾਂ ਦੀ ਮਹਿਮਾ ਦੱਸੀ ਹੋਈ ਹੈ। ਉਹ ਭਾਈ ਸਾਹਿਬ ਨੇ ਪੰਡਤਾਂ ਨੂੰ, ਜੋ ਪੰਡਤਾਂ ਨੇ ਸਵਾਲ ਕੀਤੇ ਸੀ ਵਾਹਿਗੁਰੂ ਮੰਤਰ ਦੇ ਅਰਥ ਦੱਸੋ, ਤਾਂ ਭਾਈ ਸਾਹਿਬ ਨੇ ਵਾਹਿਗੁਰੂ ਮੰਤਰ ਦੀ ਉੱਥੇ ਸਾਰੀ ਵਿਉਤਪਤੀ ਕਰਕੇ ਦੱਸੀ ਸੀ। ਇਸ ਤਰ੍ਹਾਂ ਸਾਧ ਸੰਗਤ ਜੀ ਭਾਈ ਸਾਹਿਬ ਦੀ ਬਾਣੀ ਹੈ ਸਾਡੇ ਕੋਲ। 40 ਵਾਰਾਂ, 675 ਕਵਿਤ ਸਵਈਏ, ਤੇ ਫਿਰ 6 ਸ਼ਲੋਕ ਸੰਸਕ੍ਰਿਤ। ਇਹ ਗੁਰਬਾਣੀ ਦੀ ਕੁੰਜੀ। ਕੁੰਜੀ ਤੋਂ ਬਿਨਾਂ ਤਾਲਾ ਨਹੀਂ ਖੁੱਲ੍ਹਦਾ। ਭਾਈ ਸਾਹਿਬ ਦੀ ਬਾਣੀ ਤੋਂ ਬਿਨਾਂ ਗੁਰਬਾਣੀ ਦੀ ਸਮਝ ਨਹੀਂ ਆਉਂਦੀ। ਮਹਾਂਪੁਰਸ਼ ਕਹਿੰਦੇ ਸਨ ਵੀ ਭਾਈ ਗੁਰਦਾਸ ਜੀ ਸਾਨੂੰ ਗੁਰੂ ਤੱਕ ਲੈ ਜਾਂਦੇ ਆ, ਗੁਰੂ ਸਾਨੂੰ ਪਰਮੇਸ਼ਰ ਤੱਕ ਲੈ ਜਾਂਦਾ। ਗੁਰੂ ਨੂੰ ਕਿਵੇਂ ਸਮਝਣਾ ਹੈ, ਗੁਰੂ ਦੀ ਕੀ ਵਡਿਆਈ ਹੈ,
ਗੁਰੂ ਪ੍ਰਤੀ ਆਪਣੇ ਮਨ 'ਚ ਕੀ ਭਾਵਨਾ ਰੱਖਣੀ ਹੈ, ਗੁਰੂ ਦਾ ਸਿਧਾਂਤ ਕੀ ਹੈ, ਇਹ ਭਾਈ ਸਾਹਿਬ ਸਮਝਾਉਂਦੇ। ਹੁਣ ਮਹਾਰਾਜ ਦੀ ਬਾਣੀ ਲਿਖੀ ਜਾ ਰਹੀ, ਭਾਈ ਸਾਹਿਬ ਲਿਖੀ ਜਾਂਦੇ ਆ, ਗੁਰੂ ਸਾਹਿਬ ਲਿਖਵਾ ਰਹੇ ਆ। ਭੱਟਾਂ ਦੇ ਸਵਈਏ ਕਿਵੇਂ ਲਿਖੇ ਗਏ, ਇਹ ਕਥਾ ਵੀ ਜ਼ਰੂਰੀ ਸਮਝੀਏ। ਪ੍ਰੇਮ ਨਾਲ ਸਾਰੀ ਸੰਗਤ ਸ਼ਰਧਾ ਨਾਲ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਸਿਰ ਝੁਕਾਉਂਦਿਆਂ ਹੋਏ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਭਗਤ ਬਿਰਾਜਤ ਨਿਕਟ ਗੁਰ। ਇਹ ਮਹਾਂਪੁਰਸ਼ ਭਗਤ ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ, ਸਦਨਾ ਜੀ, ਸੈਣ ਜੀ, ਪੀਪਾ ਜੀ, ਧੰਨਾ ਜੀ, ਵੇਣੀ ਜੀ, ਜੈਦੇਵ ਜੀ, ਰਾਮਾਨੰਦ ਜੀ, ਪਰਮਾਨੰਦ ਜੀ, ਸੂਰਦਾਸ ਜੀ, ਇਹ ਸਾਸਨ ਜੀ 15 ਭਗਤ ਸਨ। ਇਹ ਗੁਰੂ ਸਾਹਿਬ ਕੋਲ ਸੂਖਮ ਰੂਪ ਵਿੱਚ, ਆਤਮਿਕ ਰੂਪ ਵਿੱਚ ਬੈਠੇ ਸਨ। ਗੁਰੂ ਸਾਹਿਬ ਉਹਨਾਂ ਦੀ ਬਾਣੀ ਲਿਖਵਾਈ ਜਾਂਦੇ ਸਨ। ਹੁਣ ਇਹਨਾਂ ਸਾਰਿਆਂ ਦੀ ਬਾਣੀ ਜਦੋਂ ਲਿਖੀ ਗਈ, ਸਭ ਤੋਂ ਅਖੀਰ 'ਚ ਫਰੀਦ ਜੀ ਦੇ ਸ਼ਲੋਕ ਲਿਖੇ ਗਏ। ਹਾਂਜੀ, ਦਰਸ਼ਨ ਤੇ ਸੁਖ ਪਾਏ। ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੇ ਦਰਸ਼ਨ ਕਰ ਰਹੇ ਨੇ, ਉਹ ਗੁਰੂ ਸਾਹਿਬ ਦੇ ਦਰਸ਼ਨ ਕਰ ਰਹੇ। ਪਰਸਪਰ ਆਤਮਿਕ ਮੰਡਲ ਹੋ ਰਿਹਾ ਹੈ, ਮੇਲ ਹੋ ਰਿਹਾ ਹੈ, ਦੋਵੇਂ ਪਾਸੇ ਆਨੰਦ ਹੀ ਆਨੰਦ ਹੈ। ਦੋ ਤਾਂ ਕਹਿਣ ਨੂੰ ਕਹਿਣਾ ਪੈਂਦਾ, ਹੈ ਤਾਂ ਇੱਕੋ ਹੀ ਸੀਗੇ, ਕਿਉਂਕਿ ਰਾਮ ਕਬੀਰਾ ਭੇਦ ਨਾ ਪਾਈ, ਕੋਈ ਫਰਕ ਨਹੀਂ ਹੁੰਦਾ ਭਗਤਾਂ ਵਿੱਚ ਤੇ ਗੁਰੂ ਸਾਹਿਬ ਵਿੱਚ, ਇੱਕਮਿਕ ਹੋ ਗਏ ਆਤਮਿਕ ਮੰਡਲ 'ਚ। ਸਰੀਰਕ ਤੌਰ ਤੇ ਸਾਨੂੰ 2-4 ਦਿਸਦੇ ਹਨ, ਆਤਮਿਕ ਤੌਰ ਤੇ ਇੱਕ ਓਮਕਾਰ ਦੇ ਵਿੱਚ ਸਮਾ ਚੁੱਕੇ ਹਨ। ਅਬ ਤੋਂ ਜਾਏ ਜੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਨੀ। ਪਰਮੇਸ਼ਰ ਨਾਲ ਇੱਕਮਿਕ ਹੋ ਚੁੱਕੇ ਇਹ ਮਹਾਂਪੁਰਸ਼ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਦਾ ਆਨੰਦ ਮਾਣ ਰਹੇ ਹਨ। ਮਨਹੁ ਸ਼ਾਂਤ ਚਿੱਤ ਸ਼ਿਵ ਥਿਰਿਓ। ਏਦਾਂ ਗੁਰੂ ਅਰਜਨ ਦੇਵ ਜੀ ਬੈਠੇ ਹਨ ਜਿਵੇਂ ਸ਼ਾਂਤ ਚਿੱਤ ਭਗਵਾਨ ਸ਼ਿਵ ਜੀ ਬੈਠੇ ਹੋਣ। ਬੀਚ ਮੁਨਿਨ ਸਮੁਦਾਇ। ਮੁਨੀਆਂ ਦੀ ਸਭਾ ਲੱਗੀ ਕੈਲਾਸ਼ ਪਰਬਤ ਤੇ ਸ਼ਿਵ ਜੀ ਸੋਭਦੇ ਹਨ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਉਹਨਾਂ ਮਹਾਨ ਭਗਤਾਂ ਵਿੱਚ ਬੈਠੇ ਸੋਭਦੇ ਹਨ। ਸਵਈਆ ਛੰਦ ਮਨਹੁ ਗਿਆਨ ਨਿਜ ਧਨ ਧਰ ਬੈਠਿਓ। ਕਵੀਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਅਰਜਨ ਦੇਵ ਜੀ ਬੈਠੇ ਹਨ, ਕਹਿੰਦੇ ਮਾਨੋ ਗਿਆਨ ਹੀ ਗੁਰੂ ਅਰਜਨ ਦੇਵ ਦਾ ਰੂਪ ਧਾਰ ਕੇ ਬੈਠਾ ਹੈ। ਗਿਆਨ ਨੇ ਹੀ ਸਾਖਸ਼ਾਤ ਮੂਰਤੀ ਬਣਾ ਲਈ ਹੈ। ਗੁਰੂ ਅਰਜਨ ਦੇਵ ਜੀ ਦਾ ਸਰੂਪ ਗਿਆਨ ਸਰੂਪ ਹੀ ਹੈ ਸਾਰਾ। ਹਾਂਜੀ, ਸਤ ਗੁਣ ਨਿਕਟ ਭਗਤ ਇਸ ਭਾਏ। ਤੇ ਗਿਆਨ ਦੇ ਲਾਗੇ ਸ਼ੁਭ ਗੁਣ ਬੈਠੇ ਹਨ। ਸਾਧ ਜੀ ਬ੍ਰਹਮ ਗਿਆਨ ਦੇ ਲਾਗੇ ਸਦ ਗੁਣ ਬੈਠਦੇ, ਔਗਣ ਨਹੀਂ ਬੈਠਦੇ, ਸ਼ੁਭ ਗੁਣ ਬੈਠਦੇ ਨੇ। ਸਤ, ਸੰਤੋਖ, ਦਇਆ, ਧਰਮ, ਸੱਚ, ਸੁਚ, ਨੇਕੀ, ਪਰਉਪਕਾਰ, ਉਦਮ, ਤਿਆਗ, ਵੈਰਾਗ, ਇਹ ਸ਼ੁਭ ਗੁਣ ਬੈਠਦੇ। ਗੁਰੂ ਅਰਜਨ ਦੇਵ ਜੀ ਮਾਨੋ ਬ੍ਰਹਮ ਗਿਆਨ ਦੀ ਮੂਰਤੀ ਹਨ ਤੇ ਭਗਤ ਉਹਨਾਂ ਦੇ ਆਲੇ ਦੁਆਲੇ ਇਉਂ ਬੈਠੇ ਆ ਜਿਵੇਂ ਬ੍ਰਹਮ ਗਿਆਨ ਦੇ ਆਲੇ ਦੁਆਲੇ ਸ਼ੁਭ ਗੁਣ ਬੈਠੇ ਹੁੰਦੇ ਹਨ। ਹਾਂਜੀ, ਸ਼੍ਰੀ ਅਰਜਨ ਦਰਸ਼ਨ ਜਨ ਅੰਮ੍ਰਿਤ। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਇਉਂ ਨੇ ਮਾਨੋ ਅੰਮ੍ਰਿਤ ਦਾ ਸੋਮਾ ਹੀ ਹੈ। ਹਾਂਜੀ, ਪੁਟਨ ਬਿਲੋਚਨ ਪੀਵਤ ਜਾਏ। ਤੇ ਉਹ ਭਗਤ ਜਨ ਆਪਣੇ ਨੇਤਰਾਂ ਦੇ ਡੋਨਿਆਂ 'ਚ ਪਾ ਪਾ ਕੇ ਉਹ ਅੰਮ੍ਰਿਤ ਪੀ ਰਹੇ ਹਨ। ਨਹਿ ਤ੍ਰਿਪਤ ਹੈ ਹਿਤ ਕਰ ਢਿੱਗ ਬੈਠ ਹੈ। ਕਹਿੰਦੇ ਮਹਾਰਾਜ ਦੇ ਕੋਲ ਬੈਠੇ ਦਰਸ਼ਨ ਕਰਕੇ ਦਰਸ਼ਨਾਂ ਦਾ ਅੰਮ੍ਰਿਤ ਪੀ ਕੇ ਭਗਤ ਰੱਜਦੇ ਨਹੀਂ। ਮਹਾਰਾਜ ਦੇ ਦਰਸ਼ਨ ਕਰ ਕਰਕੇ ਭਗਤ ਖੁਸ਼ ਹੋ ਰਹੇ ਹਨ, ਪ੍ਰੇਮ ਨਾਲ ਕੋਲ ਬੈਠੇ ਹਨ। ਸੁਨ ਹੈ ਬਚਨ ਤਿਉ ਤਿਉ ਹਰ ਖਾਏ। ਜਿਵੇਂ ਜਿਵੇਂ ਭਗਤ ਮਹਾਰਾਜ ਦੇ ਬਚਨ ਸੁਣਦੇ, ਮਹਾਰਾਜ ਦੀ ਬਾਣੀ ਸੁਣਦੇ, ਮਹਾਰਾਜ ਦੇ ਉਪਦੇਸ਼ ਸੁਣਦੇ, ਤਿਉਂ ਤਿਉਂ ਖੁਸ਼ ਹੁੰਦੇ। ਉਹਨਾਂ ਦੀ ਪ੍ਰਸੰਨਤਾ ਬਹੁਤ ਜ਼ਿਆਦਾ, ਕਿਉਂਕਿ ਸਾਰੀ ਬਾਣੀ ਰੱਬੀ ਹੈ, ਅਕਾਲੀ ਬਾਣੀ। ਭਾਵੇਂ ਉਹ ਭਗਤਾਂ ਦੇ ਮੁਖ ਤੋਂ ਨਿਕਲ ਰਹੀ ਹੈ, ਭਾਵੇਂ ਉਹ ਗੁਰੂ ਸਾਹਿਬ ਜੀ ਦੀ ਰਚਨਾ ਤੋਂ ਉਚਾਰਨ ਕੀਤੀ ਜਾ ਰਹੀ ਹੈ, ਭਾਵੇਂ ਉਹ ਪਹਿਲੇ ਜਾਮੇ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਬਾਣੀ ਉਚਾਰੀ ਹੈ, ਭਾਵੇਂ ਦੂਸਰੇ ਰੂਪ ਵਿੱਚ, ਭਾਵੇਂ ਤੀਸਰੇ 'ਚ। ਬਾਣੀ ਇੱਕੋ ਹੀ ਹੈ, ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਉਹ ਸਰੀਰਾਂ ਕਰਕੇ ਤਾਂ ਭੇਦ ਨਜ਼ਰ ਆਉਂਦਾ, ਬਾਣੀ ਕਰਕੇ ਕੋਈ ਭੇਦ ਨਹੀਂ। ਬਾਣੀ ਇੱਕੋ ਦੀ ਹੈ, ਇੱਕ ਓਂਕਾਰ ਦੀ ਹੈ।
ਤੇ ਭਗਤ ਉਸ ਇੱਕ ਦੇ ਆਨੰਦ ਵਿੱਚ ਬੈਠੇ ਹਨ। ਇੱਕ ਸੁਰਤੀ ਹੋ ਗਈ ਹੈ, ਏਕਮ ਏਕੰਕਾਰ ਨਿਰਾਲਾ, ਅਮਰ ਅਜੂਨੀ ਜਾਤ ਨਾ ਜਾਲਾ। ਉਸ ਆਨੰਦ ਵਿੱਚ ਬੈਠੇ ਭਗਤਾਂ ਦੀ ਅਵਸਥਾ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਨੇ। ਹਾਂਜੀ। ਮਹਾ ਸੁਸ਼ੀਲ ਪ੍ਰੇਮ ਭਰਪੂਰਨ, ਮਹਾ ਸੁਸ਼ੀਲ ਤੇ ਪ੍ਰੇਮ ਨਾਲ ਭਰੇ ਹੋਏ, ਪ੍ਰਭ ਸਿਮਰਨ ਉਪਦੇਸ਼ ਬਤਾਏ। ਗੁਰੂ ਅਰਜਨ ਦੇਵ ਜੀ ਪਰਮੇਸ਼ਰ ਦੇ ਸਿਮਰਨ ਦਾ ਉਪਦੇਸ਼ ਕਰ ਰਹੇ ਨੇ। ਭਾਈ ਸਵਾਸ ਸਵਾਸ ਵਾਹਿਗੁਰੂ 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 ਜਪੀ ਜਾਓ। ਜਿੰਨੇ ਸਵਾਸ ਆਉਂਦੇ ਨੇ ਇੱਕ ਵੀ ਸਵਾਸ ਬਿਰਥਾ ਨਾ ਜਾਣ ਦਿਓ। ਨਿਰੰਕਾਰ ਨੂੰ ਪਰਮੇਸ਼ਰ ਨੂੰ ਯਾਦ ਕਰੋ, ਕਿਉਂਕਿ ਜਦੋਂ ਮੌਤ ਆਣੀ ਹੈ ਇਹ ਸਵਾਸ ਉਧਾਰੇ ਮੰਗਿਆ ਵੀ ਨਹੀਂ ਮਿਲਣੇ। ਹੁਣ ਸਾਡੇ ਕੋਲ ਹਨ, ਸਿਮਰਨ ਨਾਲ ਸਫਲੇ ਕਰ ਲਓ। ਹਾਂਜੀ। ਲਖਿਓ ਸਮਾਂ ਤਬ ਵਿਦਾ ਭਗਤ ਹੋਏ। ਹੁਣ ਭਗਤਾਂ ਨੇ ਆਖਿਆ ਮਹਾਰਾਜ ਸਾਨੂੰ ਆਗਿਆ ਦਿਓ, ਅਸੀਂ ਹੁਣ ਸੱਚਖੰਡ ਵਾਪਸ ਜਾਈਏ। ਭਗਤ ਕਬੀਰ ਜੀ ਦੇ ਸਲੋਕ ਤੇ ਭਗਤ ਫਰੀਦ ਜੀ ਦੇ ਸਲੋਕ ਲਿਖਵਾ ਕੇ ਸਾਰੀ ਭਗਤ ਮੰਡਲੀ ਵਾਪਸ ਸੱਚਖੰਡ ਨੂੰ ਚਲੀ ਗਈ। ਆਪਣੇ ਆਪਣੇ ਥਾਨ ਭਿਆਨ, ਆਪਣੇ ਆਪਣੇ ਸਥਾਨਾਂ ਨੂੰ ਪਿਆਨਾ ਕਰ ਗਏ। ਜਿੱਥੇ ਜਿੱਥੇ ਇਹਨਾਂ ਦੇ ਮੰਡਲ ਹਨ, ਗੁਪਤ ਮੰਡਲ ਸੂਖਮ ਮੰਡਲ ਹਨ, ਉੱਥੇ ਰੂਹਾਂ ਚਲੀਆਂ ਗਈਆਂ ਹਨ। ਪੁਨ ਆਏ ਸਭ ਵੇਦ ਦੇਹ ਧਰ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਦੁਨੀਆ ਦਾ ਸਭ ਤੋਂ ਵੱਡਾ ਕਾਰਜ ਹੋ ਰਿਹਾ ਹੈ। ਸੂਖਮ ਮੰਡਲ ਤੋਂ ਬੇਅੰਤ ਸ਼ਕਤੀਆਂ ਹਾਜ਼ਰ ਹੋ ਰਹੀਆਂ ਨੇ। ਜਿਹੜੇ 4 ਵੇਦ ਹਨ ਸਾਧ ਸੰਗਤ ਜੀ, ਗਿਆਨ ਦਾ ਸਭ ਤੋਂ ਵੱਡਾ ਸੋਮਾ ਮੰਨੇ ਗਏ ਹਨ। ਰਿਗਵੇਦ, ਸ਼ਾਮ ਵੇਦ, ਯਜੁਰਵੇਦ, ਅਥਰਵਣ ਵੇਦ। ਇਹ 4 ਵੇਦ ਦੇਹ ਧਰ ਕੇ ਮਨੁੱਖੀ ਜਾਮਾ ਧਾਰਨ ਕਰਕੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਹਾਜ਼ਰ ਹੋਏ ਹਨ। ਹਾਂਜੀ। ਸ਼੍ਰੀ ਅਰਜਨ ਕੋ ਬੰਧਨ ਠਾਨ, ਇਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਆ ਕੇ ਮੱਥਾ ਟੇਕਿਆ ਹੈ। ਚਾਹਤ ਭੇ ਗੁਰ ਕਰਿਓ ਸੁਚਿਤ ਮੈਂ, ਇਹ ਚਾਹੁੰਦੇ ਸੀ ਵੀ ਸਾਨੂੰ ਪੂਰਨ ਗੁਰੂ ਮਿਲ ਜਾਵੇ, ਇਸ ਕਰਕੇ ਲੱਭਦੇ ਫਿਰਦੇ ਸੀ। ਇਹਨਾਂ ਦੇ ਮੁਖੀ ਭਿੱਖਾ ਜੀ ਨੇ ਲਿਖਿਆ ਹੈ ਨਾ, ਬਰਸ ਏਕ ਹੋਂ ਫਿਰਿਓ ਕਿਨੈ ਨੌ ਪਰਚੋ ਲਾਇਓ। 1 ਸਾਲ ਹਿੰਦੁਸਤਾਨ ਦੇ ਸਾਰੇ ਤੀਰਥਾਂ ਤੇ ਸੰਨਿਆਸੀਆਂ, ਬੈਰਾਗੀਆਂ, ਜੋਗੀਆਂ, ਜੰਗਮਾਂ ਕੋਲ ਇਹ ਮਹਾਂਪੁਰਸ਼ ਗਏ, ਜਿਨ੍ਹਾਂ ਨੂੰ ਅਸੀਂ ਭੱਟ ਕਰਕੇ ਯਾਦ ਕਰਦੇ ਹਾਂ ਵੀ ਸਾਨੂੰ ਕੋਈ ਪੂਰਨ ਗੁਰੂ ਮਿਲੇ ਜਿਹੜਾ ਸਾਡੇ ਮਨ ਨੂੰ ਸ਼ਾਂਤੀ ਦੇ ਦੇਵੇ। ਕਿਤੇ ਵੀ ਸ਼ਾਂਤੀ ਨਹੀਂ ਮਿਲੀ, ਕਿਤੇ ਵੀ ਮਨ ਟਿਕਿਆ ਨਹੀਂ। ਬਰਸ ਏਕ ਹੋਂ ਫਿਰਿਓ ਕਿਨੈ ਨਹੁ ਪਰਚੋ ਲਾਇਓ, ਕਹਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਗੱਲਾਂ ਤੇ ਬੜੇ ਕਰਦੇ ਰੱਬ ਦੀਆਂ, ਪਰ ਕਿਸੇ ਦੇ ਕੋਲ ਪਰਮਾਤਮਾ ਦਾ ਗਿਆਨ ਹੈ ਨਹੀਂ। ਮਨ ਨੂੰ ਸ਼ਾਂਤੀ ਦੇਣ ਵਾਲਾ, ਮਨ ਨੂੰ ਟਿਕਾਣ ਵਾਲਾ ਕੋਈ ਸਾਧਨ ਹੈ ਨਹੀਂ। ਹਰ ਨਾਮ ਛੋੜ ਦੂਜੇ ਲੱਗੇ, ਵਾਹਿਗੁਰੂ ਦੇ ਪਰਮੇਸ਼ਰ ਦੇ ਨਾਮ ਨੂੰ ਛੱਡ ਕੇ ਦੂਜੇ ਮੋਹ 'ਚ ਪਏ ਹੋਏ ਨੇ। ਤਿੰਨ ਕੇ ਗੁਣ ਹੋ ਕਿਆ ਕਹੋ, ਉਹਨਾਂ ਦੇ ਗੁਣ ਕੀ ਆਖੀਏ ਜਿਹੜੇ ਪਰਮੇਸ਼ਰ ਦੇ ਨਾਮ ਤੋਂ ਟੁੱਟੇ ਹੋਏ ਨੇ। ਗੁਰ ਦਈਏ ਮਿਲਾਇਓ ਭਿਖਿਆ, ਜਿਵ ਤੂੰ ਰੱਖੇ ਤਿਵ ਰਹੋ। ਸਾਨੂੰ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਮਿਲਾ ਦਿੱਤੇ ਨੇ, ਗੁਰੂ ਅਮਰਦਾਸ ਜੀ ਮਿਲਾ ਦਿੱਤੇ ਨੇ, ਸ੍ਰੀ ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ ਵਰਗੇ ਗੁਰੂ ਮਿਲਾ ਦਿੱਤੇ ਨੇ। ਜਿਵੇਂ ਸਾਨੂੰ ਗੁਰੂ ਸਾਹਿਬ ਰੱਖਣਗੇ ਅਸੀਂ ਉਵੇਂ ਹੀ ਰਹਾਂਗੇ। ਇਹ ਭਗਤ ਹੁਣ ਆਏ ਨੇ ਭੱਟ ਗੁਰੂ ਸਾਹਿਬਾਂ ਦੇ ਚਰਨਾਂ ਵਿੱਚ। ਅਨੇਕ ਭਾਂਤ ਕੀ ਉਸਤਤ ਠਾਨ, ਇਹਨਾਂ ਨੇ ਮਹਾਰਾਜ ਸਾਹਿਬ ਜੀ ਦੀ ਅਨੇਕ ਪ੍ਰਕਾਰ ਨਾਲ ਉਸਤਤੀ ਕੀਤੀ। ਅਨੇਕਾਂ ਤਰ੍ਹਾਂ ਨਾਲ ਮਹਾਰਾਜ ਦਾ ਜਸ ਗਾਇਨ ਕੀਤਾ ਹੈ। ਜਿਸ ਕਾਰਨ ਅਵਤਰੇ ਜਗਤ ਮਹਿ, ਜਿਸ ਕੰਮ ਲਈ ਮਹਾਰਾਜ ਅਵਤਾਰ ਧਾਰ ਕੇ ਆਏ ਹਨ ਸ੍ਰੀ ਗੁਰੂ ਨਾਨਕ ਸਾਹਿਬ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਸੰਸਾਰ ਦੇ ਵਿੱਚ, ਤਿਸ ਕੀ ਔਰ ਅਭਿਲਾਖ ਮਹਾਨ, ਉਸ ਕਾਰਜ ਨੂੰ ਮਾਰੇ ਪੂਰਾ ਕਰ ਰਹੇ ਨੇ। ਤੇ ਇਹ ਭਗਤ ਜਿਹੜੇ ਆਏ ਭੱਟ ਆਏ ਨੇ, ਇਹ ਭੱਟ ਵੀ ਅਵਤਾਰ ਧਾਰ ਕੇ ਆਏ ਨੇ, ਵੇਦਾਂ ਦੇ ਅਵਤਾਰ ਨੇ। ਉਹ ਕਿਸ ਤਰ੍ਹਾਂ ਮਹਾਰਾਜ ਦੇ ਚਰਨਾਂ 'ਚ ਆਏ ਨੇ।
ਸੁਨ ਸਰੋਤਨ ਸੁਖ ਪਾਏ ਕਰ, ਬੂਜੀ ਕਥਾ ਵਿਚਾਰ। ਇਹ ਕਥਾ ਜਦੋਂ ਭਾਈ ਰਾਮ ਕੋਇਰ ਸਾਹਿਬ ਜੀ ਨੇ ਖਾਲਸੇ ਨੂੰ ਸੁਣਾਈ ਤਾਂ ਸਿੰਘਾਂ ਨੇ ਬੇਨਤੀ ਕਰਕੇ ਹੱਥ ਜੋੜ ਕੇ ਪੁੱਛਿਆ, ਵੇਦ ਧਰਿਓ ਨਰ ਦੇਹ ਕੋ, ਇਹ ਕਹੀਏ ਹੈ ਵਿਸਤਾਰ। ਭਾਈ ਸਾਹਿਬ ਜੀ ਇਹ ਆਪ ਜੀ ਕਹਿੰਦੇ ਵੀ ਵੇਦਾਂ ਦੇ ਅਵਤਾਰ ਸਨ ਭੱਟ, ਇਹਨਾਂ ਵੇਦਾਂ ਨੂੰ ਜਨਮ ਕਿਉਂ ਲੈਣਾ ਪਿਆ, ਧਰਤੀ ਤੇ ਕਿਉਂ ਅਵਤਾਰ ਧਾਰਨ ਕਰਨਾ ਪਿਆ, ਵਿਸਥਾਰ ਨਾਲ ਦੱਸੋ ਕਥਾ। ਹਾਂਜੀ, ਸੁਨੋ ਸਿੱਖ ਸਤਿਗੁਰ ਕੀ ਮਹਿਮਾ। ਭਾਈ ਸਾਹਿਬ ਜੀ ਲਿਖਦੇ ਆ ਵੀ ਖਾਲਸਾ ਜੀ ਸੁਣੋ, ਇਹ ਗੁਰੂ ਨਾਨਕ ਦੀ ਵਡਿਆਈ ਹੈ, ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ, ਵੱਡੀ ਹੋ ਵੱਡਾ ਅਪਾਰ ਤੇਰਾ ਮਰਤਬਾ। ਸੁਖ ਮੰਡਲ ਵਿੱਚ, ਆਤਮਕ ਮੰਡਲ ਵਿੱਚ ਗੁਰੂ ਨਾਨਕ ਦਾ ਕੋਈ ਸ਼ਾਨੀ ਨਹੀਂ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਉਹਨਾਂ ਦੀ ਇਹ ਵਡਿਆਈ ਹੈ। ਸੁਣੋ ਭਾਈ, ਜਿਸ ਤੇ ਮਨ ਬਾਛਤ ਫਲ ਪਾਏ। ਇਹ ਕਥਾ ਸੁਣਨ ਵਾਲਿਆਂ ਨੂੰ ਵੀ ਮਨ ਬਾਛਤ ਫਲ ਮਿਲਣਗੇ। ਸ਼ਰਧਾ ਭਗਤੀ ਨਾਲ ਜੇ ਕੋਈ ਇਹ ਕਥਾ ਸੁਣ ਲੇਗਾ, ਉਹਨੂੰ ਗੁਰੂ ਮਹਾਰਾਜ ਸਾਹਿਬ ਵੱਲੋਂ ਬੜੀਆਂ ਹੀ ਬਖਸ਼ਿਸ਼ਾਂ, ਰਹਿਮਤਾਂ, ਨਿਆਮਤਾਂ ਪ੍ਰਾਪਤ ਹੋਣਗੀਆਂ। ਹਾਂਜੀ, ਸਭ ਵੇਦਨ ਅਵਤਾਰ ਧਰਿਓ ਜਿਮ। ਕਵਿਰਾਜ ਜੀ ਲਿਖਦੇ ਜਿਵੇਂ ਵੇਦਾਂ ਨੇ ਭੱਟਾਂ ਦਾ ਰੂਪ ਧਾਰਨ ਕੀਤਾ ਹੈ, ਸੋ ਪ੍ਰਸੰਗ ਸਭ ਦਿਓ ਸੁਣਾਏ। ਖਾਲਸਾ ਜੀ ਉਹ ਪ੍ਰਸੰਗ ਵਿਸਥਾਰ ਨਾਲ ਸੁਣਾਉਂਦੇ ਹਾਂ, ਤੁਸੀਂ ਸੁਣੋ ਪ੍ਰੇਮ ਨਾਲ। ਕਾਸ਼ੀ ਬਾਸ ਸ਼ਰਤ ਸਭ ਠਾਨਤ। ਇਹ ਜਿਹੜੇ ਸਾਰੇ ਵੇਦ ਹਨ ਕਾਸ਼ੀ ਵਿੱਚ ਨਿਵਾਸ ਕਰਦੇ ਹਨ। ਕਾਸ਼ੀ ਦੇ ਵਿੱਚ, ਬਨਾਰਸ ਦੇ ਵਿੱਚ ਦਿਨ ਰਾਤ ਇਹਨਾਂ ਵੇਦਾਂ ਦਾ ਪਠਨ ਪਾਠਨ ਹੁੰਦਾ ਰਹਿੰਦਾ। ਵਿਦਿਆਲਿਆਂ ਵਿੱਚ, ਸਕੂਲਾਂ ਵਿੱਚ, ਯੂਨੀਵਰਸਿਟੀਆਂ ਵਿੱਚ ਹਰ ਵੇਲੇ ਵੇਦ ਪੜ੍ਹੇ ਜਾਂਦੇ ਹਨ। ਕਾਸ਼ੀ ਦੇ ਵਿੱਚ ਤਾਂ ਬੱਚਿਆਂ ਦੀਆਂ ਜ਼ੁਬਾਨਾਂ ਤੇ ਵੀ ਵੇਦ ਹਨ, ਬੁੱਢਿਆਂ ਦੀਆਂ ਜ਼ੁਬਾਨਾਂ ਤੇ ਵੀ ਵੇਦ ਹਨ। ਇਹ ਵੇਦ ਜਿਹੜਾ ਗਿਆਨ ਦੇ ਵੱਡੇ ਗ੍ਰੰਥ ਹਨ, ਰਿਗ ਵੇਦ, ਸ਼ਾਮ ਵੇਦ, ਯਜੁਰ ਵੇਦ, ਅਥਰਵਣ ਵੇਦ, ਇਹ ਚਾਰੇ ਵੇਦ ਸਾਧ ਸੰਗਤ ਜੀ ਕਾਸ਼ੀ 'ਚ ਨਿਵਾਸ ਕਰਦੇ ਸਨ। ਸਭ ਵਿਦਿਆ ਕੋ ਜਹ ਸਮੁਦਾਏ। ਜਿੱਥੇ ਹਰ ਤਰ੍ਹਾਂ ਦੀ ਵਿਦਿਆ ਹੈ, ਪੁਰਾਣਾਂ ਦੀ ਵਿਦਿਆ ਹੈ, ਉਪਨਿਸ਼ਦਾਂ ਦੀ ਵਿਦਿਆ ਹੈ, ਸ਼ਾਸਤਰਾਂ ਦੀ ਵਿਦਿਆ ਹੈ, ਔਰ ਸ੍ਰੀਮਦ ਭਾਗਵਤ ਗੀਤਾ ਆਦਿਕ 28 ਸਿਮਰਤੀਆਂ ਵੀ ਜਿੱਥੇ ਪੜ੍ਹਾਈਆਂ ਜਾਂਦੀਆਂ ਹਨ, ਉਹ ਬਨਾਰਸ ਦੀ ਧਰਤੀ ਹੈ। ਹਾਂਜੀ, ਨਿਰਣੇ ਹੋਤ ਬ੍ਰਹਮ ਕੋ ਨਿਤ ਪ੍ਰਤ। ਹਰ ਰੋਜ਼ ਬੜੇ ਬੜੇ ਵਿਦਵਾਨ ਲੋਕ ਬ੍ਰਹਮ ਦਾ ਨਿਰਣਾ ਕਰਦੇ ਰਹਿੰਦੇ। ਬ੍ਰਹਮ ਕੀ ਹੈ, ਮਾਇਆ ਕੀ ਹੈ, ਬ੍ਰਹਮ ਦਾ ਤੇ ਮਾਇਆ ਦਾ ਸੰਬੰਧ ਕੀ ਹੈ, ਸੰਸਾਰ ਕਿੱਥੋਂ ਬਣਿਆ ਹੈ, ਜੀਵ ਕੀ ਹੈ, ਜੀਵ ਆਤਮਾ ਕੀ ਹੈ, ਔਰ ਚੇਤਨ ਕੀ ਹੈ, ਜੜ ਕੀ ਹੈ। ਇਸ ਗੱਲ ਦਾ ਨਿਰਣਾ ਹਰ ਵੇਲੇ ਬੜੇ ਬੜੇ ਪੰਡਿਤ, ਵਿਦਵਾਨ, ਰਿਸ਼ੀ ਮੁਨੀ ਬਨਾਰਸ ਦੀ ਧਰਤੀ ਤੇ ਬਹਿ ਕੇ ਕਰਦੇ ਹਨ। ਪੜ੍ਹੈ ਵਿਚਾਰਹਿ ਬੁੱਧ ਬਿਰਦਾਏ। ਜਿਹੜੇ ਧਰਮ ਗ੍ਰੰਥਾਂ ਨੂੰ ਪੜ੍ਹਦੇ ਹਨ, ਵਿਚਾਰਦੇ ਹਨ, ਤੇ ਉਹਨਾਂ ਦੀ ਬੁੱਧੀ ਵੀ ਬੜੀ ਸੂਖਸ਼ਮ ਹੈ। ਤੀਕਸ਼ਣ ਬੁੱਧੀ ਇਤਨੀ ਹਨ ਵਿਦਵਾਨ ਲੋਕਾਂ ਦੀ, ਵੇਦ ਸ਼ਾਸਤਰ ਪੜ੍ਹ ਪੜ੍ਹ ਕੇ ਵਾਲ ਦੀ ਖੱਲ ਲਾ ਦਿੰਦੇ ਹਨ। ਹਾਂਜੀ, ਬਾਸ ਕਰਤ ਇੱਕ ਸਮੇਂ ਵੇਦ ਤਹਿ। ਇੱਕ ਸਮੇਂ ਦੀ ਗੱਲ ਹੈ, ਵੇਦ ਉੱਥੇ ਰਹਿੰਦੇ ਸਨ ਕਾਸ਼ੀ ਦੇ ਵਿੱਚ। ਅਤਿਸ਼ੈ ਹਿਰਦੇ ਕੀਨ ਹੰਕਾਰ। ਸਾਧ ਸੰਗਤ ਜੀ, ਵੇਦਾਂ ਨੂੰ ਵੀ ਹੰਕਾਰ ਹੋ ਗਿਆ। ਇਹ ਹੰਕਾਰ ਬੜੀ ਸੂਖਸ਼ਮ ਚੀਜ਼ ਹੈ। ਅਸੀਂ ਸਮਝਦੇ ਹਾਂ ਬੰਦੇ ਨੂੰ ਹੀ ਹੁੰਦਾ। ਅਸੀਂ ਤਾਂ ਇੱਥੇ ਥੋੜੀ ਸੋਚ ਵਾਲੇ ਹਾਂ, ਥੋੜੇ ਦਾਇਰੇ ਵਾਲੇ ਹਾਂ। ਜਿਹੜਾ ਸਾਡੀ ਸੋਚ ਤੋਂ ਪਰੇ ਹੈ ਉਹ ਸਾਨੂੰ ਦਿਸਦਾ ਨਹੀਂ, ਅਸੀਂ ਸੋਚ ਵੀ ਨਹੀਂ ਸਕਦੇ। ਵੇਦਾਂ 'ਚ ਵੀ ਹੰਕਾਰ ਆ ਗਿਆ ਵੀ ਅਸੀਂ ਵੱਡੇ ਸਾਰੇ, ਸਾਡੇ ਕਰਕੇ ਸਾਰੀ ਦੁਨੀਆ ਨੂੰ ਗਿਆਨ ਹੁੰਦਾ, ਸਾਡੇ ਕਰਕੇ ਰਿਸ਼ੀ ਮੁਨੀ ਅਵਤਾਰੀ ਪੁਰਸ਼ ਵੀ ਗਿਆਨੀ ਹੁੰਦੇ। ਵੇਦ ਨਾ ਹੋਣ ਤੇ ਕਿਸੇ ਨੂੰ ਗਿਆਨ ਨਾ ਹੋਵੇ। ਇਹ ਗੱਲ ਵੇਦਾਂ ਦੇ ਮਨ 'ਚ ਆ ਗਈ, ਵੇਦਾਂ ਨੂੰ ਹਉਮੈ ਆ ਗਈ। ਹਾਂਜੀ, ਨਿਰਨੋ ਹਮ ਤੇ ਹੋਤ ਬ੍ਰਹਮ ਕੋ। ਵੇਦਾਂ ਦੇ ਮਨ 'ਚ ਹੰਕਾਰ ਕਿਹੜੀ ਗੱਲ ਦਾ ਆਇਆ ਵੀ ਸਾਡੇ ਤੋਂ ਬ੍ਰਹਮ ਦਾ ਨਿਰਣਾ ਹੁੰਦਾ, ਅਸੀਂ ਬ੍ਰਹਮ ਦਾ ਗਿਆਨ ਦਿੰਦੇ, ਅਸੀਂ ਬ੍ਰਹਮ ਦਾ ਨਿਰਣਾ ਕਰਦੇ ਹਾਂ। ਵੇਦਾਂ ਦੇ ਵਿੱਚ 3 ਹਿੱਸੇ ਸਾਧ ਸੰਗਤ ਜੀ। 80,000 ਸ਼ਲੋਕ ਸਿਰਫ ਕਰਮ ਕਾਂਡ ਦਾ ਹੀ ਹੈ, ਜਿਹਨੂੰ ਅਸੀਂ ਰਹਿਤ ਮਰਿਆਦਾ ਕਹਿੰਦੇ ਹਾਂ, ਮੁਸਲਮਾਨ ਸ਼ਰਅ ਕਹਿੰਦੇ ਨੇ, ਹਿੰਦੂ ਕਰਮ ਕਾਂਡ ਕਹਿੰਦੇ ਨੇ। ਕੀ ਕਰਨਾ ਕੀ ਨਹੀਂ ਕਰਨਾ,
ਕਰਮ ਦੀ ਫਿਲਾਸਫੀ ਹੈ, ਉਹਨੂੰ 80% ਜਿਹੜੇ ਵੇਦਾਂ ਦਾ ਉਹ ਹਿੱਸਾ ਹੈ। 16% ਭਗਤੀ ਦਾ ਹੈ, ਜਿਹਨੂੰ ਉਪਾਸਨਾ ਕਾਂਡ ਕਹਿੰਦੇ। ਪ੍ਰਮਾਤਮਾ ਦੀ ਭਗਤੀ ਕਰਨੀ, ਭਾਵਨਾ ਸ਼ਰਧਾ ਦੇ ਨਾਲ ਉਹਦੇ ਉਪਾਸਨਾ ਕਰਨੀ, ਉਹਨੂੰ ਉਪਾਸਨਾ ਕਾਂਡ। 4% 4000 ਸ਼ਲੋਕ ਜਿਹੜਾ ਹੈ ਉਹ ਉਪਨਿਸ਼ਦਾਂ ਦੇ ਵਿੱਚ ਬ੍ਰਹਮ ਦਾ ਹੈ। ਆਤਮਾ ਕੀ ਹੈ, ਬ੍ਰਹਮ ਕੀ ਹੈ, ਬ੍ਰਹਮ ਗਿਆਨ ਜਿਸ ਨੂੰ ਕਹਿੰਦੇ ਆ। ਤੋ ਵੇਦਾਂ ਨੂੰ ਹੰਕਾਰ ਇਹ ਹੋ ਗਿਆ ਵੀ ਬ੍ਰਹਮ ਦਾ ਨਿਰਣਾ ਸਿਰਫ ਅਸੀਂ ਹੀ ਕਰਦੇ ਹਾਂ, ਸਾਡੇ ਤੋਂ ਬਿਨਾਂ ਬ੍ਰਹਮ ਦਾ ਨਿਰਣਾ ਨਹੀਂ ਹੋ ਸਕਦਾ। ਹਾਂਜੀ, ਕਰਹਿ ਵਿਚਾਰਨ ਸਾਰ ਅਸਾਰ। ਜਿਹੜੇ ਸਾਨੂੰ ਪੜ੍ਹਦੇ ਹਨ ਉਹਨਾਂ ਨੂੰ ਸਹੀ ਤੇ ਗਲਤ ਦਾ ਪਤਾ ਲੱਗਦਾ, ਜਿਹੜੇ ਸਾਨੂੰ ਨਹੀਂ ਪੜ੍ਹਦੇ ਉਹਨਾਂ ਨੂੰ ਸਹੀ ਤੇ ਗਲਤ ਦਾ ਪਤਾ ਨਹੀਂ ਲੱਗਦਾ, ਸਾਰ ਅਸਾਰ ਦਾ ਪਤਾ ਨਹੀਂ ਲੱਗਦਾ। ਝੂਠ ਕੀ ਹੈ ਤੇ ਸੱਚ ਕੀ ਹੈ ਇਹ ਤਾਂ ਸਾਨੂੰ ਪੜ੍ਹ ਕੇ ਹੀ ਪਤਾ ਲੱਗਦਾ। ਵੇਦਾਂ ਦੇ ਮਨ 'ਚ ਏਦਾਂ ਦੀ ਹਉਮੈ ਆ ਗਈ। ਹਾਂਜੀ, ਨਾ ਤੁਰ ਅੰਧਕਾਰ ਬਿਸਤਰ ਹੈ। ਵੇਦ ਸੋਚਦੇ ਨੇ ਜੇ ਅਸੀਂ ਨਾ ਹੋਈਏ ਦੁਨੀਆ ਤੇ ਹਨੇਰਾ ਹੀ ਹੋ ਜਾਵੇ, ਅੰਧਕਾਰ ਹੀ ਛਾ ਜਾਵੇ। ਹਾਂਜੀ, ਹਮ ਤੇ ਜਗਤ ਪ੍ਰਕਾਸ਼ ਉਦਾਰ। ਸਾਡੇ ਤੋਂ ਹੀ ਜਗਤ ਵਿੱਚ ਪ੍ਰਕਾਸ਼ ਹੁੰਦਾ, ਸਾਡੇ ਤੋਂ ਹੀ ਦੁਨੀਆ 'ਚ ਲੋਅ ਹੁੰਦੀ ਹੈ, ਗਿਆਨ ਹੁੰਦਾ। ਜੇ ਵੇਦ ਨਾ ਹੋਣ ਤੇ ਬ੍ਰਹਮ ਦਾ ਨਿਰਣਾ ਕੌਣ ਕਰੇ? ਫਿਰ ਤਾਂ ਸਭ ਪਾਸੇ ਹਨੇਰਗਰਦੀ ਛਾ ਜਾਵੇ, ਕਿਸੇ ਨੂੰ ਪਤਾ ਹੀ ਨਾ ਲੱਗੇ ਬ੍ਰਹਮ ਦਾ। ਜੇ ਵੇਦ ਹਨ ਤਾਂ ਬ੍ਰਹਮ ਦਾ ਨਿਰਣਾ। ਵੇਦਾਂ ਦੇ ਮਨ 'ਚ ਇਹ ਹਉਮੈ ਭਰ ਗਈ। ਹਾਂਜੀ, ਅਗਿਆਨੀ ਮਨ ਲਹ ਹੈ ਗਿਆਨ ਕੋ। ਵੇਦ ਸੋਚਦੇ ਹਨ ਵੀ ਸਾਨੂੰ ਪੜ੍ਹ ਕੇ ਅਗਿਆਨੀਆਂ ਨੂੰ ਵੀ ਗਿਆਨ ਹੋ ਜਾਂਦਾ, ਜਿਨ੍ਹਾਂ ਨੂੰ ਕੋਈ ਸਮਝ ਨਹੀਂ ਉਹਨਾਂ ਨੂੰ ਸਮਝ ਆ ਜਾਂਦੀ ਜਦੋਂ ਵੇਦ ਪੜ੍ਹਦੇ ਹਨ। ਬ੍ਰਹਮ ਦਾ ਨਿਰਣਾ ਹੋ ਜਾਂਦਾ ਹੈ। ਪਾਏ ਮੁਕਤ ਕੋ ਬੰਧਨ ਟਾਰ। ਵੇਦ ਪੜ੍ਹ ਕੇ ਮੁਕਤੀ ਮਿਲ ਜਾਂਦੀ ਹੈ, ਜਨਮ ਮਰਨ ਦੇ ਬੰਧਨ ਕੱਟੇ ਜਾਂਦੇ ਹਨ। ਸਾਡੇ ਕਰਕੇ ਲੋਕਾਂ ਦੀ ਮੁਕਤੀ ਹੁੰਦੀ ਹੈ, ਸਾਡੇ ਕਰਕੇ ਲੋਕਾਂ ਨੂੰ ਬ੍ਰਹਮ ਗਿਆਨ ਹੁੰਦਾ। ਅਸੀਂ ਨਾ ਹੋਈਏ ਲੋਕਾਂ ਨੂੰ ਬ੍ਰਹਮ ਗਿਆਨ ਨਹੀਂ ਹੋ ਸਕਦਾ। ਹੋਰ ਕੋਈ ਸੋਰਸ ਹੀ ਨਹੀਂ ਸੀ, ਕੋਈ ਸਾਧੇ ਤਾਂ ਮਹਾਰਾਜ ਨੇ ਗੁਰੂ ਅਰਜਨ ਦੇਵ ਜੀ ਨੇ ਸਾਡੇ ਤੇ ਕਿਰਪਾ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਬਖਸ਼ੇ। ਉਸ ਤੋਂ ਪਹਿਲਾਂ ਕੀ ਸੀ? ਵੇਦ ਹੀ ਸੀ। ਤੇ ਵੇਦਾਂ ਦੇ ਅੰਦਰ ਹਉਮੈ ਆ ਗਈ। ਹਾਂਜੀ, ਪਾਰ ਬ੍ਰਹਮ ਨੇ ਲਖ ਬੇਦਨ ਗਤ। ਉਹਦਾ ਪਰਮੇਸ਼ਰ ਵਾਹਿਗੁਰੂ ਪਾਰ ਬ੍ਰਹਮ ਅਕਾਲ ਪੁਰਖ ਨਿਰੰਕਾਰ ਜੋਤੀ ਸਰੂਪ ਹੈ, ਘਟ ਘਟ ਦੀ ਜਾਣਨ ਵਾਲਾ ਹੈ। ਸਾਰਿਆਂ ਦੇ ਹਿਰਦੇ 'ਚ ਕੀ ਚੱਲ ਰਿਹਾ ਉਹਨੂੰ ਸਭ ਪਤਾ ਹੈ। ਕਿਸੇ ਦੇ ਹਿਰਦੇ 'ਚ ਕੈਸਾ ਪ੍ਰਕਾਸ਼ ਕਰਨਾ ਹੈ, ਕੈਸਾ ਹਨੇਰਾ ਪਾਉਣਾ ਹੈ, ਉਹਦੀ ਖੇਡ ਹੈ। ਉਹ ਅੰਤਰਜਾਮੀ ਹੈ। ਵੇਦਾਂ ਦੇ ਹਿਰਦੇ ਦੀ ਮਹਾਰਾਜ ਨੂੰ ਸਭ ਪਤਾ। ਅਕਾਲ ਪੁਰਖ ਪਰਮੇਸ਼ਰ ਨੇ ਵੇਦਾਂ ਦੇ ਹਿਰਦੇ ਦੀ ਜਾਣ ਲਈ। ਜਿਨ ਕੇ ਭਇਓ ਹੰਕਾਰ ਬਿਕਾਰ। ਪਰਮੇਸ਼ਰ ਜੀ ਨੂੰ ਪਤਾ ਲੱਗਾ ਵੀ ਇਹਨਾਂ ਵੇਦਾਂ ਨੂੰ ਹੰਕਾਰ ਹੋ ਗਿਆ ਹੈ, ਅਸੀਂ ਵੱਡੇ ਹਾਂ, ਸਾਡੇ ਕਰਕੇ ਬ੍ਰਹਮ ਦਾ ਨਿਰਣਾ ਹੁੰਦਾ। ਜੇ ਅਸੀਂ ਨਾ ਹੋਈਏ ਬ੍ਰਹਮ ਦਾ ਨਿਰਣਾ ਨਹੀਂ ਹੋ ਸਕਦਾ। ਵੇਦਾਂ ਦੇ ਮਨ ਦਾ ਹੰਕਾਰ ਪਰਮੇਸ਼ਰ ਨੂੰ ਪਤਾ ਲੱਗ ਗਿਆ। ਹਾਂਜੀ, ਇਹੀ ਜਨਮ ਦੇ ਜਗ ਮਹਿ ਫਿਰ ਤੇ ਪਰਮੇਸ਼ਰ ਜੀ ਸੋਚਦੇ ਹੈ ਇਹ ਹੰਕਾਰ ਮਾੜੀ ਚੀਜ਼ ਹੈ। ਹਰ ਜੀਓ ਹੰਕਾਰ ਨਾ ਭਾਵਈ। ਹਰੀ ਜੀ ਨੂੰ ਹੰਕਾਰ ਚੰਗਾ ਨਹੀਂ ਲੱਗਦਾ। ਵੇਦ ਕੂਕ ਸੁਣਾਵੇ, ਵੇਦ ਹੀ ਕਹਿੰਦੇ ਸੀ ਵੀ ਹੰਕਾਰ ਚੰਗਾ ਨਹੀਂ, ਉਹਨਾਂ ਨੂੰ ਆਪ ਹੀ ਹੰਕਾਰ ਹੋ ਗਿਆ। ਵੇਖੋ ਪਰਮੇਸ਼ਰ ਦੀ ਮਾਇਆ ਕੈਸੀ ਹੈ। ਅਸੀਂ ਗਿਆਨੀ ਲੋਕ ਕਹਿੰਦੇ ਹਾਂ ਵੀ ਹੰਕਾਰ ਨਹੀਂ ਕਰਨਾ, ਪਰ ਅਸੀਂ ਆਪ ਕਰਦੇ। ਐਸੀ ਖੇਡ ਹੈ। ਵੇਦ ਕਹਿੰਦੇ ਹੰਕਾਰ ਨਹੀਂ ਕਰਨਾ, ਵੇਦਾਂ ਨੂੰ ਵੀ ਹੋ ਗਿਆ ਵੀ ਸਾਡੇ ਕਰਕੇ ਬ੍ਰਹਮ ਦਾ ਨਿਰਣਾ ਹੁੰਦਾ, ਤੇ ਆਪ ਬ੍ਰਹਮ ਦੇ ਨਿਰਣੇ ਦਾ ਹੀ ਮਾਣ ਕਰ ਬੈਠੇ। ਬੜੀ ਸੂਖਮ ਖੇਡ ਹੈ ਸਾਸ। ਅਕਾਲ ਪੁਰਖ ਦੇ ਰੰਗਾਂ ਤੋਂ ਡਰੀਏ, ਸ਼ਾਹ ਮੁਹੰਮਦਾ ਉਸ ਤੋਂ ਸਦਾ ਡਰੀਏ, ਕੋਈ ਪਤਾ ਨਹੀਂ ਕੀ ਕਰਦਾ। ਪਰਮੇਸ਼ਰ ਨੇ ਸੋਚਿਆ ਵੀ ਹੰਕਾਰ ਇਹਨਾਂ ਨੂੰ ਨਹੀਂ ਹੋਣਾ ਚਾਹੀਦਾ ਸੀ, ਹੁਣ ਹੋ ਗਿਆ ਤਾਂ ਇਹ ਕੱਢਣਾ ਹੀ ਪੈਣਾ ਕੰਡਾ। ਹਾਂਜੀ, ਸਕਲ ਵਿਕਾਰਨ ਮੂਲ ਉਦਾਰ। ਸਾਰੇ ਵਿਕਾਰਾਂ ਦੀ ਜੜ ਹੰਕਾਰ ਹੈ। ਹੰਕਾਰ ਤੋਂ ਬਾਅਦ ਹੀ ਕਾਮ ਪੈਦਾ ਹੁੰਦਾ ਹੈ, ਕ੍ਰੋਧ ਪੈਦਾ ਹੁੰਦਾ ਹੈ, ਲੋਭ ਪੈਦਾ ਹੁੰਦਾ ਹੈ, ਮੋਹ ਮੈਂ ਜੋ ਆ ਗਈ। ਮੈਂ ਤੋਂ ਬਾਅਦ ਫਿਰ ਮੈਨੂੰ ਕਾਮ ਵੀ ਚਾਹੀਦਾ ਹੈ, ਕ੍ਰੋਧ ਵੀ। ਮੈਂ ਕਰਕੇ ਸਾਰੀਆਂ ਚੀਜ਼ਾਂ, ਸਾਰੇ ਜਿੰਨੇ ਵਿਕਾਰ ਨੇ ਉਹਨਾਂ ਸਾਰਿਆਂ ਦਾ ਮੁੱਢ ਹੰਕਾਰ ਹੈ। ਹਾਂਜੀ, ਇਨ ਉਰਤੇ ਅਬ ਕਰੋ ਉਖਾਰਨ। ਮਾਰੇ ਅਕਾਲ ਪੁਰਖ ਜੀ ਸੋਚਦੇ ਵੇਦਾਂ ਦੇ ਮਨ ਚੋਂ ਹੰਕਾਰ ਨੂੰ ਕੱਢ ਦਈਏ। ਜੇ ਹੰਕਾਰ ਰਹਿ ਗਿਆ
ਇਹਨਾਂ ਦਾ ਭਲਾ ਨਹੀਂ ਹੋਣਾ, ਇਹ ਦੂਜਿਆਂ ਦਾ ਭਲਾ ਕੀ ਕਰਨਗੇ, ਇਹਦਾ ਆਪਣਾ ਹੀ ਨਹੀਂ ਹੋਣਾ। ਹੰਕਾਰ ਨਿਕਲ ਜਾਏਗਾ, ਫਿਰ ਇਹਨਾਂ ਦਾ ਮਨ ਨੀਵਾਂ ਹੋ ਜਾਏਗਾ। ਇਹ ਜਿਹੜੀਆਂ ਉਡਾਰੀਆਂ ਲਾਉਂਦੇ ਨਾ ਉੱਪਰ, ਇਹ ਇਹਨਾਂ ਦੇ ਪਰ ਕੱਢ ਦਈਏ। ਹੁਣ ਪਰਮੇਸ਼ਰ ਕਿਸੇ ਦਾ ਵੀ ਹੰਕਾਰ ਨਹੀਂ ਰਹਿਣ ਦਿੰਦਾ ਸਾਧ ਸੰਗਤ, ਕਿਸੇ ਦਾ। ਦੁਨੀਆ ਵਿੱਚ ਬੜੇ ਬੜੇ ਅਵਤਾਰੀ ਪੁਰਸ਼, ਬੜੇ ਬੜੇ ਵਿਦਵਾਨ ਪੁਰਸ਼, ਬੜੇ ਬੜੇ ਸਾਇੰਸਦਾਨ, ਬੜੇ ਬੜੇ ਰਾਜੇ ਮਹਾਰਾਜੇ, ਅਮੀਰ ਸੋਹਣੇ, ਵੱਖੋ ਵੱਖ ਕਿਸਮਾਂ ਦੇ ਲੋਕ ਹੋਏ। ਜਦੋਂ ਹੰਕਾਰ ਹੋਇਆ ਥੱਲੇ ਸਿੱਟਦੇ ਮਹਾਰਾਜ। ਉਹ ਕਾਲਪੁਰਖ ਦੀ ਖੇਡ ਐਸੀ। ਦੇਵਤਿਆਂ ਨੂੰ ਹੰਕਾਰ ਹੋਇਆ ਦੇਵਤੇ ਸੁੱਟਦੇ, ਦੈਂਤਾਂ ਨੂੰ ਹੰਕਾਰ ਹੋਇਆ ਦੈਂਤ ਸੁੱਟਦੇ। ਹੰਕਾਰ ਨਹੀਂ ਕਿਸੇ ਦਾ ਰਹਿਣ ਦਿੰਦਾ, ਤੋੜ ਦਿੰਦਾ। ਅਕਾਲ ਪੁਰਖ ਤੋਂ, ਪਰਮੇਸ਼ਰ ਤੋਂ ਸਦਾ ਹੀ ਭੈ ਰੱਖਣਾ ਚਾਹੀਦਾ, ਹੰਕਾਰ ਨਹੀਂ ਕਰਨਾ ਚਾਹੀਦਾ। ਤੇ ਜੇ ਹੰਕਾਰ ਆਵੇ ਤੇ ਫਿਰ ਮਹਾਰਾਜ ਸੁੱਟ ਦਿੰਦੇ ਥੱਲੇ। ਹਾਂਜੀ, ਕਿਰਪਾ ਸਿੰਧ ਇਸ ਬਿਦ ਉਰ ਧਾਰ। ਕਿਰਪਾ ਦੇ ਸਮੁੰਦਰ ਮਹਾਰਾਜ ਕਾਲ ਪੁਰਖ ਜੀ ਇਸ ਤਰ੍ਹਾਂ ਵਿਚਾਰ ਕਰਦੇ ਆਪਣੇ ਮਨ ਵਿੱਚ ਵੀ ਇਹਨਾਂ ਵੇਦਾਂ ਦੇ ਵਿੱਚੋਂ ਹੰਕਾਰ ਕੱਢ ਦਈਏ। ਹਾਂਜੀ, ਭਾਈ ਗਗਨ ਬਾਣੀ ਤਬ ਇਨ ਕੋ। ਤਾਂ ਸਾਧ ਸੰਗਤ ਜੀ ਇਹਨਾਂ ਵੇਦਾਂ ਨੂੰ ਆਕਾਸ਼ਬਾਣੀ ਹੋਈ। ਅਕਾਲ ਪੁਰਖ ਜੀ ਨੇ ਆਕਾਸ਼ਬਾਣੀ ਸਾਨੂੰ ਤੁਹਾਨੂੰ ਵੀ ਹੁੰਦੀ, ਪਰ ਅਸੀਂ ਸੁਣਦੇ ਕੋਈ ਨਹੀਂ। ਆਖੋ ਸ੍ਰੀ ਵਾਹਿਗੁਰੂ। ਸਾਡੇ ਕੰਨ ਬੋਲੇ ਆ, ਅੰਦਰੋਂ ਆਵਾਜ਼ ਆਉਂਦੀ ਹੈ ਵੀ ਇਹ ਗਲਤ ਹੈ, ਇਹ ਠੀਕ ਨਹੀਂ ਹੈ। ਬੰਦਾ ਉਸ ਵੇਲੇ ਰੋਈ ਦੇ ਲੈਂਦਾ ਕੰਨਾਂ 'ਚ। ਇਹਨਾਂ ਵੇਦਾਂ ਨੂੰ ਆਕਾਸ਼ਬਾਣੀ ਆਈ ਪਰਮੇਸ਼ਰ ਵੱਲੋਂ, ਅੰਦਰ ਹੀ ਬੈਠਾ ਨਾ, ਸਾਡੇ ਸਾਰੇ ਅੰਦਰ ਬੈਠਾ, ਆਵਾਜ਼ ਦਿੰਦਾ। ਸੁਣ ਲਓ ਤੇ ਠੀਕ ਹੈ, ਨਹੀਂ ਸੁਣੋ ਤੇ ਰਹਿ ਗਏ ਕੰਮ। ਉਹ ਸੁਣ ਲਈ, ਵੇਦਾਂ ਨੂੰ ਸੁਣਾਈ ਦਿੱਤਾ। ਆਕਾਸ਼ਬਾਣੀ ਕੀ ਹੋਈ? ਹਾਂਜੀ, ਨਰ ਸਰੀਰ ਕੋ ਲਿਹੋ ਅਵਤਾਰ। ਬਈ ਵੇਦੋ, ਤੁਸੀਂ ਹੰਕਾਰੀ ਹੋ ਗਏ। ਹੁਣ ਤੁਹਾਨੂੰ ਬੰਦੇ ਵਾਲਾ 5 ਭੌਤਿਕ ਸਰੀਰ ਧਾਰਨ ਕਰਨਾ ਪਏਗਾ। ਪਹਿਲਾਂ ਤੁਹਾਡਾ ਗਿਆਨ ਸਰੂਪ ਸੀਗਾ, ਜੋਤ ਸਰੂਪ ਸੀਗੇ ਤੁਸੀਂ, ਲੋਕਾਂ ਦੇ ਵਿਦਵਾਨਾਂ ਦੀ ਰਸਨਾ ਤੇ ਬੋਲਦੇ ਸੀ ਵੇਦ। ਹੁਣ ਤੁਹਾਨੂੰ ਬੰਦੇ ਦੀ ਦੇਹ ਖੁਦ ਧਾਰਨ ਕਰਨੀ ਪਏਗੀ। ਮਲ ਮੂਤਰ ਵਾਲੀ ਅਪਵਿੱਤਰ ਦੇਹ ਵਿੱਚ ਰਹਿਣਾ ਪਏਗਾ ਤੁਹਾਨੂੰ। ਤੁਹਾਡੀ ਰੂਹ ਨੂੰ ਮਾਂ ਦੇ ਪੇਟ ਤੋਂ ਜਨਮ ਲੈਣਾ ਪਏਗਾ। ਹਾਂਜੀ, ਤੁਮਰੇ ਔਰ ਹੰਕਾਰ ਵਿਕਾਰ ਜੋ। ਤੁਹਾਡੇ ਮਨ 'ਚ ਹੰਕਾਰ ਹੈ ਵੀ ਅਸੀਂ ਵੱਡੇ ਹਾਂ, ਅਸੀਂ ਬ੍ਰਹਮ ਦਾ ਨਿਰਣਾ ਕਰਦੇ ਹਾਂ, ਅਸੀਂ ਬ੍ਰਹਮ ਦਾ ਵਿਚਾਰ ਦੱਸਦੇ ਹਾਂ। ਇਹ ਹੰਕਾਰ ਤੁਹਾਨੂੰ ਲੈ ਬੈਠੇਗਾ। ਹਾਂਜੀ, ਨਿਸ਼ਫਲ ਕਰਹੁ ਜਾਨ ਇਮ ਲੇਹੋ। ਤੁਹਾਡਾ ਹੰਕਾਰ ਮੈਂ ਦੂਰ ਕਰਨਾ ਹੈ, ਇਸ ਕਰਕੇ ਤੁਹਾਨੂੰ ਦੁਨੀਆ ਦੇ ਭੇਜਾਂਗਾ ਔਰ ਤੁਹਾਨੂੰ ਦੁਨੀਆ ਤੇ ਭਟਕਣਾ ਵੀ ਪਏਗਾ। ਹਾਂਜੀ, ਗੁਰ ਬਿਨ ਹਿਰਦੈ ਪ੍ਰਕਾਸ਼ ਨਾ ਹੋਵਤ। ਇੱਕ ਗੱਲ ਯਾਦ ਰੱਖੋ, ਬ੍ਰਹਮਾ ਨੇ ਵੇਦ ਰਚੇ, ਬ੍ਰਹਮ ਗਿਆਨ, ਪਰ ਤੁਹਾਨੂੰ ਭੁੱਲ ਗਿਆ ਗੁਰੂ ਤੋਂ ਬਿਨਾਂ ਗਿਆਨ ਨਹੀਂ ਹੁੰਦਾ। ਗੁਰ ਬਿਨ ਹਿਰਦੇ ਪ੍ਰਕਾਸ਼ ਨਾ ਹੋਵਤ। ਵੇਦ ਵੀ ਹੋਣ, ਗੁਰੂ ਫਿਰ ਵੀ ਚਾਹੀਦਾ। ਗੁਰੂ ਨਾ ਹੋਵੇ ਵੇਦ ਕੌਣ ਸਿਖਾਏਗਾ, ਕੌਣ ਪੜ੍ਹਾਏਗਾ? ਗੁਰ ਬਿਨ ਹਿਰਦੇ ਪ੍ਰਕਾਸ਼, ਗੁਰੂ ਤੋਂ ਬਿਨਾਂ ਹਿਰਦੇ 'ਚ ਪ੍ਰਕਾਸ਼ ਨਹੀਂ ਹੁੰਦਾ। ਹਾਂਜੀ, ਜਾਂ ਤੇ ਮੂਲ ਸਤਿਗੁਰੂ ਦੇਹੋ। ਇਸ ਕਰਕੇ ਤੁਸੀਂ ਆਪਣੇ ਆਪ ਨੂੰ ਮੂਲ ਮੰਨੀ ਬੈਠੇ ਸੀ। ਮੂਲ ਤਾਂ ਸਤਿਗੁਰੂ ਹਨ। ਮੂਲ ਕੌਣ ਹਨ? ਸਭ ਤੇ ਵੱਡਾ ਸਤਿਗੁਰੂ ਨਾਨਕ, ਸਭ ਤੋਂ ਵੱਡੇ ਸਤਿਗੁਰੂ ਹਨ। ਵੇਦਾਂ ਦਾ ਗਿਆਨ ਵੀ ਸਤਿਗੁਰੂ ਦੇ ਸਕਦੇ ਹਨ। ਹਾਂਜੀ, ਤੁਮਰੋ ਖੇਦ ਬਿਨਸ ਕਰ ਜਾਵਹਿ। ਜਦੋਂ ਤੁਸੀਂ ਦੁਨੀਆ ਤੇ ਜਾ ਕੇ ਭਟਕੋਗੇ ਫਿਰ ਤੁਸੀਂ ਗੁਰੂ ਲੱਭੋਗੇ। ਗੁਰੂ ਮਿਲੇਗਾ, ਤੁਹਾਡਾ ਦੁੱਖ ਕੱਟਿਆ ਜਾਏਗਾ। ਪਹਿਲਾਂ ਲੱਭੋਗੇ। ਭੱਟਾ ਨੇ ਲਿਖਿਆ, ਬਰਸ ਏਕ ਹੋਂ ਫਿਰਿਓ। ਮੈਂ 1 ਸਾਲ ਆਪਣਾ ਟੱਬਰ ਲੈ ਕੇ ਫਿਰਿਆ। ਪਿੱਛੇ ਕੇ ਗੁਰ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੇ। ਸੱਚ ਸੱਚ ਜਾਣੀਐ ਇਕ ਚਿਤ ਹੈ ਲਿਵ ਲਾਵੇ। ਨਿਰੰਕਾਰ ਕੈ ਵਸੈ ਦੇਸ ਹੁਕਮ ਬੁਝ ਵਿਚਾਰ ਪਾਵੇ। ਕਲ ਮਾਹੇ ਰੂਪ ਕਰਤਾ ਪੁਰਖ ਸੋ ਜਾਣੈ ਜਿਨ ਕਿਛ ਕੀਓ। ਗੁਰ ਮਿਲਿਓ ਸੋਏ ਭਿਖਾ ਕਹੈ ਸਹਿਜ ਰੰਗ ਦਰਸ਼ਨ ਦੀ। ਰਹਿਓ ਸੰਤ ਹੋਂ ਟੋਲ ਸਾਧ ਬਹੁ ਤੇਰੇ ਡਿਠੇ। ਮੈਂ ਬੜੇ ਸੰਤ ਸਾਧ ਵੇਖੇ ਨੇ। ਰਹਿਓ ਸੰਤ ਹੋਂ ਟੋਲ ਸਾਧ ਬਹੁ ਤੇਰੇ ਡਿਠੇ। ਤਨ ਸੰਨਿਆਸੀ ਤਪੱਸੀ ਹੈ ਮੁਖੋਂ ਹੈ ਪੰਡਤ ਬਿਠੇ।
ਸੰਨਿਆਸੀ ਵੀ ਵੇਖੇ, ਤਪਸਵੀ ਵੀ ਵੇਖੇ, ਮੂੰਹ ਦੇ ਮਿੱਠੇ ਮਿੱਠੇ ਗੱਲਾਂ ਕਰਨ ਵਾਲੇ ਵਿਦਵਾਨ ਪੰਡਿਤ ਵੀ ਦੇਖੇ। ਬਰਸ ਏਕ ਹੋਂ ਫਿਰਿਓ, 1 ਸਾਲ ਪੂਰਾ ਹਿੰਦੁਸਤਾਨ ਦੇ ਤੀਰਥਾਂ ਤੇ ਇਹ ਭਟ ਭਟ ਕੇ ਕਿਨੈ ਨਹੁ ਪਰਚੋ ਲਾਇਓ, ਕਿਤੋਂ ਵੀ ਗੱਲ ਨਹੀਂ ਬਣੀ। ਅੱਜ ਗੁਰੂ ਮਹਾਰਾਜ ਦੇ ਦਰਸ਼ਨ ਹੋਏ। ਅਕਾਲ ਪੁਰਖ ਜੀ ਕਹਿ ਰਹੇ ਸਨ ਵੀ ਤੁਹਾਨੂੰ ਭਟਕਣਾ ਪੈਣਾ, ਤੁਸੀਂ ਗੁਰੂ ਲੱਭੋਗੇ, ਭਾਲੋਗੇ ਗੁਰੂ, ਫਿਰ ਮਿਲੇਗਾ। ਹਾਂਜੀ, ਕਰਹੋ ਗੁਰੂ ਜਿਤ ਕਿਤ ਦ੍ਰਿਸ਼ਟੇ ਹੋ। ਥਾਂ ਥਾਂ ਤੇ ਜਾਓਗੇ ਵੀ ਗੁਰੂ ਲੱਭਣ ਵਾਸਤੇ ਤੁਹਾਨੂੰ ਹਿੰਦੁਸਤਾਨ ਦੇ ਤੀਰਥਾਂ ਤੇ ਭਟਕਣਾ ਪਏਗਾ, ਖੱਜਲ ਖੁਆਰੀ ਹੋਵੇਗੀ। ਸਾਧ ਸੰਗਤ ਜੀ, ਹਰ ਚੀਜ਼ ਮਿਲ ਜਾਂਦੀ ਹੈ, ਸੌਖਾ ਗੁਰੂ ਨਹੀਂ ਮਿਲਦਾ। ਪੂਰਾ ਗੁਰੂ ਸੌਖਿਆ ਨਹੀਂ ਮਿਲਦਾ, ਹੋਰ ਚੀਜ਼ ਹਰ ਚੀਜ਼ ਮਿਲ ਜਾਂਦੀ ਹੈ। ਹਾਂਜੀ, ਸਤਿਗੁਰ ਬਿਨਾ ਨਾ ਸ਼ਾਂਤੀ ਪਈਅਤ। ਬਿਨਾ ਸਤਿਗੁਰਾਂ ਦੇ ਮਨ ਨੂੰ ਸ਼ਾਂਤੀ ਨਹੀਂ ਪੈਂਦੀ। ਜਾਂ ਤੇ ਬਨਹੋ ਸਿੱਖ ਹਿਤ ਦੇਹੋ। ਇਸ ਕਰਕੇ ਸਾਡੇ ਬਾਪ ਤੁਹਾਨੂੰ ਵੇਦਾਂ ਨੂੰ ਜਨਮ ਲੈ ਕੇ, ਵੇਦ ਏਡੇ ਵੱਡੇ, ਹੁਣ ਤੁਹਾਡਾ ਹੰਕਾਰ ਹੈ ਅਸੀਂ ਵੱਡੇ ਹਾਂ, ਫਿਰ ਛੋਟੇ ਬਣਨਾ ਪਏਗਾ। ਗੁਰੂ ਮਹਾਰਾਜ ਦੇ ਸਿੱਖ ਬਣਨਾ ਪਏਗਾ। ਗੁਰੂ ਦੀ ਸਿੱਖੀ ਧਾਰਨ ਕਰੋਗੇ, ਫਿਰ ਤੁਹਾਡੀ ਮੁਕਤੀ ਹੋਵੇਗੀ। ਹਾਂਜੀ, ਇੱਕ ਇੱਕ ਵੇਦ ਚਤੁਰ ਬਪ ਧਾਰਹੁ। 4 ਵੇਦ ਹੋ ਤੁਸੀਂ, 16 ਸਰੂਪ ਹੋ ਜਾਣਗੇ ਤੁਹਾਡੇ। ਇੱਕ ਦੇ 4 ਹੋ ਜਾਣਗੇ, 4 ਚੌਕਾ 16 ਹੋ ਜਾਣਗੇ। ਹਾਂਜੀ, ਬ੍ਰਹਮਾ ਤੁਮ ਸੰਗ ਨਰ ਤਨ ਪਾਏ। ਪਰ ਤੁਹਾਡਾ ਜੋ ਪਿਤਾਮਾ ਹੈ, ਤੁਹਾਨੂੰ ਰਚਣ ਵਾਲਾ ਬ੍ਰਹਮਾ ਹੈ, ਉਹ ਵੀ ਜਾਏਗਾ। ਬ੍ਰਹਮੇ ਨੂੰ ਵੀ ਹੰਕਾਰ ਹੋ ਗਿਆ ਵੀ ਮੇਰੇ ਵੇਦਾਂ ਦਾ ਪ੍ਰਚਾਰ ਹੈ। ਮਹਾਰਾਜ ਕਹਿੰਦੇ ਬ੍ਰਹਮਾ ਤੈਨੂੰ ਵੀ ਨਾਲ ਹੀ ਜਾਣਾ ਪਏਗਾ, ਦੁਨੀਆ ਤੇ ਮਨੁੱਖਾ ਜਾਮਾ ਧਾਰਨ ਕਰੋਗੇ। ਰੱਛਕ ਸਦਾ ਹੋਤ ਜਿਤ ਕਿਤ ਇਹ। ਹਾਂ, ਇਹ ਬ੍ਰਹਮਾ ਤੁਹਾਡੇ ਨਾਲ ਰਹੇਗਾ, ਤੁਹਾਡੀ ਹਰ ਵੇਲੇ ਅਗਵਾਈ ਕਰੇਗਾ, ਤੁਹਾਡੀ ਰੱਖਿਆ ਕਰੇ। ਭਿੱਖਾ ਜੀ ਜਿਹੜੇ ਹੋਏ ਨੇ, ਇਹਨਾਂ ਦੇ ਵੱਡੇ ਭੱਟਾਂ ਦੇ, ਇਹ ਬ੍ਰਹਮੇ ਦਾ ਅਵਤਾਰ ਸਨ। ਬਾਕੀ ਜਿਹੜੇ 16 ਸਨ, ਇਹ ਵੇਦਾਂ ਦੇ ਅਵਤਾਰ ਸਨ। ਇਹ ਕੁੱਲ ਭਟ ਗਿਆ। 17 ਜਿਹੜੇ ਗੁਰੂ ਮਹਾਰਾਜ ਦੀ ਬਾਣੀ 'ਚ, ਪੁਰਾਤਨ ਵਿਦਵਾਨ 17 ਹੀ ਮੰਨਦੇ, ਅੱਜ ਕੱਲ੍ਹ ਵਾਲੇ 11 ਕਹਿਣ ਲੱਗ ਪਏ, ਆਪਣੇ ਹਿਸਾਬ ਨਾਲ ਗਿਣਤੀ ਕਰਦੇ। ਪਰ ਜੋ ਸੰਪਰਦਾਇ ਟਕਸਾਲ ਵਿੱਚ ਪੜ੍ਹਾਇਆ ਜਾਂਦਾ ਹੈ ਤੇ ਮਹਾਰਾਜ ਦੀ ਬਾਣੀ ਦੇ ਵਿੱਚ ਨਾਮ ਵੀ ਗਿਣੇ ਜਾਂਦੇ, ਜਦੋਂ 17 ਦੇ ਹੀ ਨਾਮ ਆਉਂਦੇ। ਆਪਣੀ ਮਰਜ਼ੀ ਨਾਲ ਕੋਈ ਹੁਣ 11 ਕਹੀ ਜਾਏ, ਕੋਈ 21 ਕਹੀ ਜਾਵੇ, ਲੋਕਾਂ ਨੂੰ ਭੰਬਲ ਭੂਸਾ ਹੀ ਪਾਉਣਾ ਹੁੰਦਾ। ਉਹ ਲੋਕਾਂ ਨੇ ਇਹੋ ਜਿਹੀ ਗੱਲ ਛੱਡ ਦਿਓ ਵੀ ਅਗਲੇ ਜਿਹੜੇ ਨੇ ਉਹ ਕਨਫਿਊਜ਼ ਹੋ ਜਾਣ, ਤੇ ਬਸ ਲੋਕ ਹੋਈ ਵੀ ਜਾਂਦੇ ਆ। ਪਰ ਜਿਹੜੀ ਚੀਜ਼ ਗੁਰੂ ਗ੍ਰੰਥ ਸਾਹਿਬ 'ਚ ਲਿਖੀ, ਤੁਸੀਂ ਸਿੱਧੀ ਦੇਖ ਲਓ, ਗਿਣ ਲਓ, ਨਾਮ ਪੂਰੇ ਹਨ, ਉਹ 17 ਹਨ। ਹਾਂਜੀ, ਤੁਮਰੋ ਬਿਗਨ ਸਕਲ ਬਿਨਸਾਏ। ਮਹਾਰਾਜ ਜੀ ਅਕਾਲ ਪੁਰਖ ਜੀ ਕਹਿੰਦੇ ਜਦੋਂ ਪੂਰੇ ਗੁਰੂ ਦੀ ਸ਼ਰਨ ਪਾਓਗੇ, ਫਿਰ ਤੁਹਾਡੇ ਵਿਘਨ ਕੱਟੇ ਜਾਣਗੇ, ਤੁਹਾਡਾ ਜਨਮ ਮਰਨ ਕੱਟਿਆ ਜਾਏਗਾ, ਉਸ ਤੋਂ ਬਾਅਦ ਮੁਕਤ ਹੋ ਜਾਓਗੇ। ਪਰ ਜਿੰਨਾ ਚਿਰ ਗੁਰੂ ਨਹੀਂ ਮਿਲੇਗਾ, ਉਹਨਾਂ ਚਿਰ ਭਟਕਣਾ ਵੀ ਪਏਗਾ। ਹਾਂਜੀ, ਗਗਨ ਗਿਰਾ ਏਮ ਕਹਿਓ ਮੌਨ ਪੁੰਨ। ਇਸ ਤਰ੍ਹਾਂ ਆਕਾਸ਼ਵਾਣੀ ਹੋਈ ਤੇ ਗੁਪਤ ਹੋ ਗਈ। ਹਾਂਜੀ, ਸੁਨ ਸਭ ਵੇਦ ਰਹੇ ਬਿਸਮਾਏ। ਵੇਦਾਂ ਨੂੰ ਹੈਰਾਨੀ ਹੋਈ ਵੀ ਹੈ ਇਹ ਕੀ ਭਾਣਾ ਵਰਤ ਗਿਆ, ਇਹ ਕੀ ਅਕਾਲ ਪੁਰਖ ਜੀ ਨੇ ਸਾਨੂੰ ਪਹਿਰਾ ਲਾਤਾ। ਅਸੀਂ ਹੁਣ ਦੁਨੀਆ ਤੇ ਜਾਈਏ, ਬੰਦੇ ਦਾ ਸਰੀਰ ਧਾਰਨ ਕਰੀਏ, ਮਾਂ ਦੇ ਪੇਟ ਤੋਂ ਜਨਮ ਲਈਏ, ਫਿਰ ਭਟਕੀਏ, ਫਿਰ ਕਿਸੇ ਗੁਰੂ ਨੂੰ ਲੱਭੀਏ ਤੇ ਫਿਰ ਸਾਡੀ ਮੁਕਤੀ ਹੋਵੇਗੀ। ਵੇਦਾਂ ਦਾ ਹੰਕਾਰ ਟੁੱਟ ਗਿਆ। ਹਾਂਜੀ, ਕਮਲਜ ਸਹਿਤ ਵਿਚਾਰਨ ਕਰਕੇ। ਹੁਣ ਵੇਦਾਂ ਨੇ ਆਪਣੇ ਬਜ਼ੁਰਗ ਬ੍ਰਹਮਾ ਨਾਲ ਵਿਚਾਰ ਕੀਤੀ। ਬ੍ਰਹਮਾ ਜੀ ਦੱਸੋ ਹੁਣ ਕੀ ਕਰੀਏ, ਮਹਾਰਾਜ ਅਕਾਲ ਪੁਰਖ ਸਾਡੇ ਤੇ ਨਾਰਾਜ਼ ਹੋ ਗਏ ਨੇ ਤੇ ਸਾਨੂੰ ਹੁਣ ਦੁਨੀਆ ਤੇ ਜਾਣਾ ਪੈਣਾ, ਤੇ ਬ੍ਰਹਮਾ ਜੀ ਤੁਹਾਨੂੰ ਵੀ ਜਾਣਾ ਪੈਣਾ ਸਾਡੇ ਨਾਲ। ਹਾਂਜੀ, ਛਿਤ ਅਵਤਰੇ ਸਰੂਪ ਬਣਾਏ। ਤਾਂ ਫਿਰ ਇਹਨਾਂ ਨੇ ਵਿਚਾਰ ਕਰਕੇ ਸਾਧ ਸੰਗਤ ਜੀ ਬ੍ਰਾਹਮਣਾਂ ਦੇ ਘਰ ਜਨਮ ਲਿਆ। ਇਹ ਜਿਹੜੇ 17 ਸੀਗੇ, ਇਹਨਾਂ ਦਾ ਪਰਿਵਾਰ ਹੁਣ ਵੀ ਹੈ, ਸਾਡੇ ਘਰਾਂ 'ਚ ਆਉਂਦੇ ਨੇ। ਇਹ ਸਾਧ ਸੰਗਤ ਜੀ ਸਾਡੇ ਹਰਿਆਣੇ 'ਚ ਇੱਕ ਸ਼ਹਿਰ ਹੈ ਜੀਂਦ, ਉਹਦੇ ਲਾਗੇ ਕਰਸਿੰਧੂ ਹੈ, ਛੋਟਾ ਜਿਹਾ ਕਸਬਾ, ਉੱਥੇ ਰਹਿੰਦੇ ਨੇ ਹੁਣ ਵੀ ਭਿੱਖੇ ਦੀ ਔਲਾਦ, ਤੇ ਉਹ ਭੱਟ ਹਨ। ਬੜੀਆਂ ਬੜੀਆਂ ਵੱਡੀਆਂ ਵਹੀਆਂ ਰੱਖੀਆਂ ਹੋਈਆਂ ਉਹਨਾਂ ਦੇ, ਸਾਰਿਆਂ ਗੁਰੂਆਂ ਦੇ ਪਰਿਵਾਰਾਂ ਦਾ, ਸ਼ਹੀਦਾਂ ਦੇ ਪਰਿਵਾਰਾਂ ਦਾ ਇਤਿਹਾਸ ਸਾਂਭਿਆ ਹੋਇਆ।
ਇਹ ਭੱਟ ਜਿਹੜੇ ਸਾਧ ਸੰਗਤ ਜੀ ਲੋਕਾਂ ਦੇ ਘਰਾਂ ਵਿੱਚ ਜਾ ਕੇ ਬੱਚੇ ਦੇ ਜਨਮ ਦੀ ਵਧਾਈ ਵੀ ਲਿਖਦੇ ਨੇ, ਜੇ ਕੋਈ ਚੜ੍ਹਾਈ ਕਰ ਜਾਵੇ ਉਹਦੇ ਮਰਨ ਦੀ ਡੇਟ ਵੀ ਲਿਖਦੇ ਨੇ, ਵਿਆਹ ਸ਼ਾਦੀ ਦੀ ਡੇਟ ਵੀ। ਹਜ਼ਾਰਾਂ ਸਾਲਾਂ ਦਾ ਤੁਸੀਂ ਦੇਖ ਸਕਦੇ ਹੋ ਰਿਕਾਰਡ ਉਹਨਾਂ ਦੇ ਕੋਲ ਵੀ ਫਲਾਣੇ ਦਾ ਪੋਤਾ ਫਲਾਣਾ, ਫਲਾਣੇ ਦਾ ਪੋਤਾ ਫਲਾਣਾ, ਦਾਦੇ ਪੜਦਾਦੇ ਲਗੜਦਾਦੇ ਗਾਂ ਦੀ ਗਾਂ, ਏਡੇ ਏਡੇ ਕੋਠੇ ਭਰੇ ਪਏ ਉਹਨਾਂ ਦੇ ਗ੍ਰੰਥ। ਉਹ ਜਿਹੜੇ ਹਨ ਭੱਟ, ਉਹਨਾਂ ਦੀ ਕੁਲ ਦੇ ਵਿੱਚ ਬ੍ਰਾਹਮਣ ਇਹ ਸ੍ਰੀ ਗੁਰੂ ਮਹਾਰਾਜ ਦੇ ਭੱਟ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਹਨ, ਇਹ 17 ਪੈਦਾ ਹੋਏ ਭਿੱਖੇ ਸਮੇਤ। ਹਾਂਜੀ, ਇੱਕ ਇੱਕ ਵੇਦ ਚਤੁਰ ਬਪਧਾਰੇ, ਇੱਕ ਇੱਕ ਵੇਦ ਨੇ 4-4 ਸਰੀਰ ਧਾਰਨ ਕਰ ਲਏ। ਹਾਂਜੀ, ਪ੍ਰਗਟ ਨਾਮ ਤਿਨ ਕਹੋ ਅਸੰਸ, ਕਵੀ ਰਾਜ ਭਾਈ ਸੰਤੋਖ ਸਿੰਘ ਜੀ ਉਹਨਾਂ ਦੇ ਨਾਮ ਲਿਖਦੇ ਨੇ। ਕਿਹੜੇ ਕਿਹੜੇ ਨਾਂ ਸਨ? ਪੂਰਨ ਸ਼ਾਮ ਵੇਦ ਕੇ ਇਹ ਭੇ, 4 ਸ਼ਾਮ ਵੇਦ ਦੇ, ਸ਼ਾਮ ਵੇਦ ਦੇ 4 ਹੋਏ ਨੇ। ਮਥੁਰਾ ਜਾਲਪ ਬਲ ਹਰਬੰਸ, ਸ਼ਾਮ ਵੇਦ ਦੇ 4 ਹਿੱਸੇ ਹੋ ਗਏ। ਮਥੁਰਾ ਭਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ। ਮਥੁਰੇ ਦੇ ਸਵਈਏ ਆਪਾਂ ਪੜ੍ਹਦੇ ਹਾਂ ਮਥੁਰਾ ਜੀ ਦੇ। ਮਥੁਰਾ ਜਾਲਪ ਬਲ ਹਰਬੰਸ। ਮਥੁਰਾ 1, ਜਾਲਪ 2, ਬਲ 3 ਤੇ ਹਰਬੰਸ 4। ਇਹ ਸ਼ਾਮ ਵੇਦ ਦਾ, ਸ਼ਾਮ ਵੇਦ ਦੇ ਅਵਤਾਰ ਸੀਗੇ 4। ਹਾਂਜੀ, ਪੁਨ ਰਿਗਵੇਦ ਕਲਿਆ ਜਲ ਨਲ ਤ੍ਰੈ, ਹਾਂ ਰਿਗਵੇਦ ਦੇ ਕਲ ਜਲ ਨਲ। ਹਾਂਜੀ, ਅੱਗੇ ਕਲਸਹਾਰ ਚੌਥੇ ਗਿਨ ਅੰਸ, ਚੌਥਾ ਕਲ ਸਹਾਰ ਸੀਗਾ। ਕਲ ਜਲ ਨਲ ਤੇ ਕਲ ਸਹਾਰ, ਇਹ ਸਾਧ ਸੰਗਤ ਜੀ ਰਿਗਵੇਦ ਦੇ ਅਵਤਾਰ ਸਨ। ਭਏ ਜੁਜਰ ਕੇ ਟਲਿਆ ਸਲਿਆ ਪੁਨ ਜਲਿਆ ਭਲਿਆ ਉਪਜੇ ਦਿਜ ਬੰਸ, ਪਰ ਯਜੁਰਵੇਦ ਦੇ ਟਲ ਸਲ ਤੇ ਜਲ ਤੇ ਭਲ ਇਹ 4 ਹੋਏ ਹਨ। ਹਾਂਜੀ, ਬਹੁਰ ਅਥਰਵਣ ਦਾਸ ਰੁਕੀਰਤ, ਅਥਰਵਣ ਵੇਦ ਦੇ ਸਨ ਦਾਸ ਤੇ ਕੀਰਤ। ਗਿਨ ਗਯੰਦ ਗਿਆਨਦ ਅਤੇ ਸਦਰੰਗ ਸੁਚਾਰ, ਸਦਰੰਗ, ਇਹ ਅਥਰਵਣ ਵੇਦ। ਇਹ 16 ਹੋ ਗਏ ਹਨ ਸਾਧ ਸੰਗਤ ਜੀ। ਹਾਂਜੀ, ਕਮਲਾਸਨ ਕੋ ਭਿਖਾ ਨਾਮ ਸੋ, ਬ੍ਰਹਮਾ ਨੇ ਆਪਣਾ ਨਾਮ ਭਿਖਾ ਰੱਖਿਆ, ਇਹਨਾਂ ਦਾ ਵਡੇਰਾ ਹੈ, ਜਿਹਦੇ ਜਥੇਦਾਰੀ ਵਿੱਚ ਇਹ ਸਾਰੇ ਗੁਰੂ ਮਹਾਰਾਜ 5ਵੇਂ ਪਾਤਸ਼ਾਹ ਦੀ ਹਜ਼ੂਰੀ 'ਚ ਆਏ ਹਨ। ਹਾਂਜੀ, ਇਨ ਸਭ ਤੇ ਭਾ ਅਧਿਕ ਉਦਾਰ, ਇਹ ਬ੍ਰਹਮਾ ਜਿਹੜਾ ਹੈ ਭਿਖਾ, ਇਹ ਸਾਰਿਆਂ ਤੋਂ ਵੱਡਾ ਹੈ, ਇਹਨਾਂ ਦਾ ਬਜ਼ੁਰਗ ਹੈ, ਉਹਦੇ ਪੁੱਤ ਪੋਤੇ ਹਨ। ਸਾਧ ਸੰਗਤ ਜੀ ਇਹ ਸਾਰੇ ਅਜੇ ਵੀ ਇਹਨਾਂ ਦੀ ਅੰਸ-ਬੰਸ ਚੱਲਦੀ ਹੈ ਅੱਗੇ ਭੱਟਾਂ ਦੀ। ਜਿਵੇਂ ਤੁਹਾਨੂੰ ਦੱਸਿਆ ਹੈ ਪੰਜਾਬ ਵਿੱਚ, ਹਰਿਆਣੇ ਵਿੱਚ ਕਈ ਥਾਵਾਂ ਤੇ ਰਹਿੰਦੇ ਹਨ। ਜ਼ਕਰੀਏ ਖਾਨ ਦੇ ਸਮੇਂ ਇਹਨਾਂ ਦੇ ਪਰਿਵਾਰ ਦੇ 7 ਭੱਟ ਗੁਰੂ ਕੇ ਸਿੰਘ, ਜ਼ਕਰੀਆ ਖਾਨ ਨੇ ਲਾਹੌਰ 'ਚ ਟੋਆ ਪੱਟ ਕੇ ਥੱਲੇ ਰੱਖ ਕੇ ਉੱਤੇ ਮਿੱਟੀ ਪਵਾ ਦਿੱਤੀ ਸੀਗੀ। ਇੱਕ ਸ਼ਰਤ ਰੱਖੀ ਸੀ, ਜਾਂ ਮੁਸਲਮਾਨ ਬਣ ਜਾਓ ਜਾਂ ਮਰਨ ਲਈ ਤਿਆਰ ਹੋ ਜਾਓ। ਉਹਨਾਂ ਨੇ ਕਿਹਾ ਵੀ ਸਾਡੇ 'ਚ ਕੋਈ ਵੀ ਗੁਰੂ ਮਹਾਰਾਜ ਦੀ ਸਿੱਖੀ ਨਹੀਂ ਛੱਡਦਾ, ਇਸ ਕਰਕੇ ਅਸੀਂ ਗੁਰੂ ਮਹਾਰਾਜ ਦੀ ਸਿੱਖੀ ਨਿਭਾਵਾਂਗੇ। 7 ਭੱਟਾਂ ਨੂੰ ਉਹਨਾਂ ਨੇ ਵੱਡਾ ਸਾਰਾ ਟੋਆ ਪੱਟ ਕੇ ਵਿੱਚ ਬਿਠਾ ਕੇ ਉੱਤੇ ਮਿੱਟੀ ਪਾ ਕੇ ਜਿਉਂਦੇ ਦੱਬ ਕੇ ਸ਼ਹੀਦ ਕੀਤਾ ਸੀ। ਇੱਥੋਂ ਪਤਾ ਲੱਗਦਾ ਹੈ ਕਿ ਇਹਨਾਂ ਦੇ ਅੰਦਰ ਗੁਰੂ ਮਹਾਰਾਜ ਦੀ ਸਿੱਖੀ ਕਿੰਨੀ ਦ੍ਰਿੜ ਹੋ ਗਈ ਸੀ। ਸੋ ਇਹ ਭੱਟ 17 ਦੇ 17 ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ 'ਚ ਹਾਜ਼ਰ ਹੋਏ। ਹਾਂਜੀ, ਬਿਪਰ ਸਰੀਰ ਭਾਟ ਭਈ ਸੰਗਿਆ, ਇਹ ਬ੍ਰਾਹਮਣ ਕੁਲ ਵਿੱਚ ਪੈਦਾ ਹੋਏ ਸਾਰਸਵਤ ਬ੍ਰਾਹਮਣ ਸਨ, ਵਿਦਵਾਨ ਸਨ, ਤਿਨਾਂ ਨੂੰ ਭੱਟ ਕਹਿੰਦੇ ਹਨ। ਹਾਂਜੀ, ਬੜੇ ਬੈਸ ਮਹਿ ਭੇ ਇਕਸਾਰ, ਇਹ ਬੜੇ ਬਜ਼ੁਰਗ ਸਿਆਣੇ ਵਿਦਵਾਨ ਭਿੱਖੇ ਦੀ ਤਾਬਿਆ ਚੱਲ ਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ 'ਚ ਆਏ ਹਨ। ਹਾਂਜੀ, ਹੋਏ ਇਕੱਤਰ ਲਗੇ ਗੁਰ ਖੋਜਨ, ਪਹਿਲਾਂ ਇਹ ਗੁਰੂ ਲੱਭਦੇ ਫਿਰਦੇ ਇਕੱਠੇ ਹੋ ਕੇ ਸਾਨੂੰ ਗੁਰੂ ਮਿਲੇ ਤਾਂ ਹੀ ਸਾਡੀ ਮੁਕਤੀ ਹੋਵੇਗੀ। ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ, ਹਿੰਦੁਸਤਾਨ ਦੇ ਤੀਰਥਾਂ ਤੇ ਲੱਭਦੇ ਫਿਰਦੇ ਹਨ।
ਦੇਸ਼ ਵਿਦੇਸ਼ਨ ਮਹਿ ਹਿਤ ਧਾਰ। ਜਿੱਥੇ ਕੋਈ ਪਤਾ ਲੱਗਦਾ ਹੈ ਕੋਈ ਮਹਾਤਮਾ ਦੀ ਸੋਭਾ ਸੁਣਦੇ ਉੱਥੇ ਹੀ ਜਾਂਦੇ, ਪਰ ਅੱਗੇ ਜਾ ਕੇ ਨਿਰਾਸ਼ਾ ਹੀ ਮਿਲਦੀ ਹੈ, ਜਿਹੜੀ ਮਨ ਦੀ ਸ਼ਾਂਤੀ ਨਹੀਂ ਮਿਲਦੀ। ਹਾਂਜੀ। ਪੰਥ ਜਿਤੇ ਜਗ ਬਿਖੈ ਪ੍ਰਵਰਤੇ। ਉਸ ਵੇਲੇ ਜਿੰਨੇ ਪੰਥ ਸੀਗੇ, ਬੈਰਾਗੀਆਂ ਦੇ, ਸੰਨਿਆਸੀਆਂ ਦੇ, ਜੋਗੀਆਂ ਦੇ, ਜੰਗਮਾਂ ਦੇ, ਹਿੰਦੂਆਂ ਦੇ, ਮੁਸਲਮਾਨਾਂ ਦੇ, ਸਾਧੂਆਂ ਦੇ, ਸੰਤਾਂ ਦੇ, ਸਾਰੇ ਜਾ ਕੇ ਦੇਖੇ। ਸਾਰਿਆਂ ਦੇ ਡੇਰਿਆਂ ਦੇ ਜਾ ਜਾ ਕੇ ਸੇਵਾ ਕੀਤੀ, 2-2 4-4 ਦਿਨ, ਹਫ਼ਤਾ 15-15 ਦਿਨ ਰਹਿ ਕੇ ਵੀ ਕਿਤੋਂ ਸ਼ਾਂਤੀ ਵਾਲੀ ਗੱਲ ਹੈ, ਕਿਤੇ ਨਹੀਂ ਮਿਲੀ। ਹਾਂਜੀ। ਸਭ ਕੇ ਨਿਕਟ ਕਰਤ ਪ੍ਰਸਥਾਨ। ਸਾਰਿਆਂ ਦੇ ਕੋਲ ਜਾਂਦੇ ਹਨ ਸ਼ਾਂਤੀ ਵਾਸਤੇ, ਮੁਕਤੀ ਵਾਸਤੇ। ਹਾਂਜੀ। ਗਿਰੀ ਪੂਰੀ ਆਦਿਕ ਸੰਨਿਆਸੀ। ਸੰਨਿਆਸੀਆਂ ਦੇ ਜਿਹੜੇ ਪੰਥ ਹਨ, ਗਿਰੀ, ਪੁਰੀ, ਪਰਬਤੀ, ਆਈ ਪੰਥੀ, ਸਗਲ ਜਮਾਤੀ, ਉਹਨਾਂ ਸਾਰਿਆਂ ਕੋਲ ਜਾਂਦੇ ਹਨ। ਹਾਂਜੀ। ਤਿੰਨ ਤੇ ਸੁਨਹਿ ਬੈਨ ਹਿਤ ਠਾਨ। ਉਹਨਾਂ ਦੀ ਕਥਾ ਸੁਣਦੇ ਹਨ, ਉਹਨਾਂ ਦੇ ਬਚਨ ਸੁਣਦੇ ਹਨ। 2-4 ਦਿਨ 10 ਦਿਨ 'ਚ ਪਤਾ ਲੱਗ ਜਾਂਦਾ ਵੀ ਗੱਲਾਂ ਹੋਰ ਨੇ, ਕਮਾਈ ਕੋਈ ਹੈ ਨਹੀਂ। ਏਦਾਂ ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਅੰਦਰ ਦੀ ਸ਼ਾਂਤੀ ਭਾਲਦੇ ਨੇ। ਜੋਗ ਅਭਿਆਸੀ ਅਰ ਕੰਨ ਪਾਟੇ। ਜੋਗੀਆਂ ਦੇ ਕੋਲ ਜਾਂਦੇ ਨੇ, ਜੋਗ ਅਭਿਆਸੀਆਂ ਦੇ ਕੋਲ, ਉੱਥੇ ਜੋਗ ਦੀ ਸਾਧਨਾ ਕਰਦੇ ਨੇ, ਫਿਰ ਮਨ ਸ਼ਾਂਤ ਨਹੀਂ ਹੁੰਦਾ। ਕੰਨ ਪਾਟੇ ਜਿਹੜੇ ਹੁੰਦੇ ਨੇ, ਵੱਡੇ ਵੱਡੇ ਮੁੰਦਰਾਂ ਵਾਲੇ ਗੋਰਖ ਦੇ ਚੇਲੇ, ਉਹਨਾਂ ਦੇ ਕੋਲ ਜਾਂਦੇ ਨੇ ਵੀ ਸਾਨੂੰ ਸ਼ਾਂਤੀ ਮਿਲ ਜੇ, ਉੱਥੇ ਵੀ ਕੋਈ ਗੱਲ ਨਹੀਂ। ਹਾਂਜੀ। ਦੋਨੋਂ ਢਿੱਗ ਕੇ ਸੰਗ ਮਹਾਨ। ਹਾਂ, ਕਹਿੰਦੇ ਸਾਰਿਆਂ ਦੇ ਕੋਲ ਇਹ ਫਿਰਦੇ ਰਹੇ, ਭਟਕਦੇ ਰਹੇ, ਕਿਤੋਂ ਵੀ ਗੱਲ ਬਣਦੀ ਨਹੀਂ। ਹਾਂਜੀ। ਬ੍ਰਹਮਚਾਰੀ ਤਪਸੀ ਬੈਰਾਗੀ। ਬ੍ਰਹਮਚਾਰੀਆਂ ਦੇ, ਤਪਸਵੀਆਂ ਦੇ, ਬੈਰਾਗੀਆਂ ਦੇ, ਹਿੰਦੂ ਧਰਮ ਦੇ ਵਿੱਚ 530-40 ਸੰਪਰਦਾਵਾਂ ਘੱਟੋ ਘੱਟ ਸਾਧ ਸੰਗਤ ਜੀ ਪੰਡਿਤ ਗਣੇਸ਼ਾ ਸਿੰਘ ਜੀ ਨਿਰਮਲੇ ਮਹਾਂਪੁਰਸ਼ਾਂ ਨੇ ਉਹਨਾਂ ਦਾ ਇਤਿਹਾਸ ਲਿਖਿਆ। ਭਾਰਤ ਮਤ ਦਰਪਣ ਗ੍ਰੰਥ ਹੈ, ਤੁਸੀਂ ਪੰਜਾਬ ਚਤਰ ਸਿੰਘ ਜੀਵਨ ਸਿੰਘ ਕੋਲੋਂ ਮੰਗਾ ਕੇ ਪੜ੍ਹ ਸਕਦੇ ਹੋ। ਭਾਰਤ ਮਤ ਦਰਪਣ, ਪੰਡਿਤ ਗਣੇਸ਼ਾ ਸਿੰਘ ਜੀ ਨਿਰਮਲੇ ਹੋਏ 100 ਸਾਲ ਪਹਿਲਾਂ। ਉਹਨਾਂ ਨੇ 100 ਸਾਲ ਪਹਿਲਾਂ ਗਿਣਤੀ ਕੀਤੀ ਸੀ 530-40 ਸੰਪਰਦਾਵਾਂ ਹਿੰਦੁਸਤਾਨ 'ਚ, ਤੇ ਹੁਣ ਤੇ ਹੋਰ ਵੀ ਹੋ ਗਈਆਂ ਹੋਣਗੀਆਂ। ਹੁਣ ਤੇ ਸਾਡੇ ਸਿੱਖਾਂ 'ਚ ਹੀ ਬੜੀਆਂ ਪੈਦਾ ਹੋ ਗਈਆਂ। ਅੰਤ ਹੀ ਕੋਈ ਨਹੀਂ, ਸਾਰੇ ਆਪੋ ਆਪਣੀ ਡਫਲੀ ਵੱਖਰੀ ਵੱਖਰੀ ਵਜਾਈ ਜਾਂਦੇ ਆ, ਪਰ ਕਿਤੋਂ ਸ਼ਾਂਤੀ ਕੋਈ ਨਹੀਂ, ਕਿਤੇ ਪਿਆਰ ਕੋਈ ਨਹੀਂ, ਕਿਤੇ ਭਗਤੀ ਕੋਈ ਨਹੀਂ, ਕਿਤੇ ਟਿਕਾ ਕੋਈ ਨਹੀਂ। ਭਟਕਣਾ ਹੀ ਭਟਕਣਾ, ਭਟਕਣਾ ਹੀ ਭਟਕਣਾ। ਉਹ ਜਿਹੜੇ ਵੇਦ ਦਾ ਰੂਪ ਧਾਰ ਕੇ, ਵੇਦ ਜਿਹੜੇ ਭੱਟਾਂ ਦੇ ਰੂਪ 'ਚ ਫਿਰ ਰਹੇ ਸਨ, ਸਾਰੀ ਧਰਤੀ ਤੇ ਚੱਕਰ ਲਾ ਲਿਆ, ਸਭ ਥਾਂ ਤੇ ਖੱਜਲ ਖੁਆਰੀ ਪੱਲੇ ਪਈ। ਹਾਂਜੀ। ਅਪਰ ਕਿਤਕ ਕੋ ਕਰੈ ਬਖਾਨ। ਕਿੱਥੋਂ ਤਾਈਂ ਭਾਈ ਸਾਹਿਬ ਕਹਿੰਦੇ ਦਸੀਏ ਵੀ ਗਿਰੀ, ਪੁਰੀ, ਸੰਨਿਆਸੀ, ਕੰਨ ਪਾਟੇ, ਜੋਗੀ, ਜੰਗਮ, ਬੈਰਾਗੀ, ਸੰਨਿਆਸੀ ਕੋ ਛੱਡਿਆ ਹੀ। ਸਭ ਥਾਵਾਂ ਤੇ ਤੀਰਥਾਂ ਤੇ ਭਟਕ ਕੇ ਵੇਖ ਲਿਆ, ਅੰਦਰ ਦੀ ਗੱਲ ਬਣਦੀ ਨਹੀਂ ਕਿਤੋਂ। ਹਾਂਜੀ। ਸੰਮਤ ਏਕ ਫਿਰੇ ਜਗ ਖੋਜਤ। ਬਰਸ ਏਕ ਹੋ ਫਿਰਿਓ। ਪੱਟਾਂ ਦੇ ਸਵਈਆਂ ਜੇ ਪੰਕਤੀ ਆਉਂਦੀ ਜਦੋਂ, ਉਦੋਂ ਗੁਰੂ ਘਰ ਦੀ ਮਹਿਮਾ ਦਾ ਪਤਾ ਲੱਗਦਾ ਵੀ ਐਵੇਂ ਨਹੀਂ ਕਹਿ ਰਹੇ। ਬੜੇ ਵੱਡੇ ਵਿਦਵਾਨ ਪੰਡਿਤ ਕਹਿ ਰਹੇ ਨੇ, ਵੱਡੇ ਬ੍ਰਹਮਾ ਦੇ ਅਵਤਾਰ ਕਹਿ ਰਹੇ ਨੇ ਕਿ ਦੁਨੀਆ ਫਿਰ ਕੇ ਵੇਖ ਲਈ, ਗੁਰੂ ਨਾਨਕ ਦੇ ਘਰ ਵਰਗਾ ਕੋਈ ਘਰ ਨਹੀਂ। ਕਿਨਾਂ ਨੂੰ ਪਰਚੋ ਲਾਇਓ, ਕਿਸੇ ਨੇ ਮਨ ਦਾ ਪਰਚਾ ਨਹੀਂ ਲਾਇਆ। ਤੇ ਗੁਰੂ ਸਾਹਿਬ ਦੇ ਚਰਨਾਂ 'ਚ ਗੁਰੂ ਦਈਏ ਮਿਲਾਇਓ ਭਿੱਖਾ ਜੀ ਕਹਿੰਦੇ ਨੇ ਕਿ ਗੁਰੂ ਪਰਮਾਤਮਾ ਨੇ ਮੈਨੂੰ ਗੁਰੂ ਅਰਜਨ ਦੇਵ ਜੀ ਵਰਗਾ ਗੁਰੂ ਮਿਲਾਇਆ। ਹਾਂਜੀ। ਜੇ ਸਾਧਕ ਪਰਲੋਕ ਉਦਾਰ। ਜਿਹੜੇ ਸਾਧਨਾ ਕਰਨ ਵਾਲੇ ਪ੍ਰਲੋਕ ਦੇ ਵਿੱਚ ਮੁਕਤੀ ਮਿਲੇ, ਸ਼ਾਂਤੀ ਮਿਲੇ, ਏਦਾਂ ਦਾ ਰਾਹ ਦੱਸਣ ਵਾਲੇ ਸਾਧਕ ਤਪਸਵੀ ਸਨ। ਸਾਰਿਆਂ ਕੋਲ ਜਾ ਜਾ ਕੇ ਇਹਨਾਂ ਭੱਟਾਂ ਨੇ ਟਰਾਈ ਕੀਤੀ ਹੈ, ਸਾਧਨਾ ਕੀਤੀ ਹੈ। ਕਿਤੇ ਮਹੀਨਾ, ਕਿਤੇ 10 ਦਿਨ, ਕਿਤੇ ਹਫ਼ਤਾ, ਉਹਨਾਂ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਲਿਆ, ਫੇਰ ਵੀ ਗੱਲ ਨਹੀਂ ਬਣੀ। ਹਾਂਜੀ। ਕਹਿ ਨਿਜ ਬਚਨ ਸ਼ਾਂਤ ਦੇ ਚਿੱਤ ਕੋ। ਕੋਈ ਇਹੋ ਜਿਹਾ ਮਹਾਂਪੁਰਸ਼ ਹੋਵੇ, ਉਹ ਦੇਖੇ ਆਪਣੀ ਜ਼ੁਬਾਨ 'ਚ ਕੋਈ ਬਚਨ ਕਵੇ ਤੇ ਮਨ ਸ਼ਾਂਤ ਹੋ ਜਾਵੇ। ਇਹੋ ਜਿਹਾ ਨਹੀਂ ਮਿਲਿਆ। ਹਾਂਜੀ। ਐਸੋ ਕਤਹੂ ਨਹੀਂ ਨਿਹਾਰ। ਇਹੋ ਜਿਹਾ ਕੋਈ ਸਾਧੂ ਇੱਕ ਬਚਨ ਨਾਲ ਹੀ ਧਾਰ ਦੇਵੇ। ਸ਼ਬਦ ਕਬੀਰ ਸਤਿਗੁਰ ਸੂਰਮੇ ਵਾਹਿਆ ਬਾਣ ਜੋਏ। ਇਹੋ ਜਿਹਾ ਸ਼ਬਦ ਦਾ ਤੀਰ ਮਾਰਨ ਵਾਲਾ ਨਹੀਂ ਕੋਈ ਮਿਲਿਆ। ਹਾਂਜੀ।
ਦੇਸ਼ ਵਿਦੇਸ਼ਨ ਸਗਰੇ ਫਿਰ ਕਰ। ਦੇਸਾਂ ਵਿਦੇਸਾਂ 'ਚ ਭਟਕਦੇ ਰਹੇ। ਹਾਂਜੀ। ਭਏ ਉਦਾਸ ਗਏ ਜਬ ਹਾਰ। ਉਦਾਸ ਹੋ ਗਏ, ਹਾਰ ਗਏ, ਥੱਕ ਗਏ, ਹੰਬ ਗਏ। ਉਸ ਪ੍ਰਭੂ ਅੱਗੇ ਹੱਥ ਜੋੜਦੇ ਕਿ ਪ੍ਰਮਾਤਮਾ ਅਸੀਂ ਕਿੰਨਾ ਕੁ ਭਟਕਾਂਗੇ, ਸਾਨੂੰ ਗੁਰੂ ਕਦੋਂ ਮਿਲੇਗਾ। ਹਾਂਜੀ। ਉਤਰਿਓ ਗਰਭ ਹੈ ਹਮ ਜਗ ਮਹਿ। ਉਹ ਹੰਕਾਰ ਜਿਹੜਾ ਸੀ ਨਾ ਵੇਦਾਂ ਦਾ, ਵੀ ਅਸੀਂ ਬੜੇ ਵੱਡੇ ਹਾਂ, ਅਸੀਂ ਬ੍ਰਹਮ ਦਾ ਨਿਰਣਾ ਕਰਦੇ ਹਾਂ, ਅਸੀਂ ਪ੍ਰਮਾਤਮਾ ਦੀ ਗੱਲ ਦੱਸਦੇ ਹਾਂ, ਸਾਡੇ ਤੋਂ ਬਿਨਾਂ ਪ੍ਰਮਾਤਮਾ ਦੀ ਗੱਲ ਕੋਈ ਦੱਸ ਨਹੀਂ ਸਕਦਾ। ਉਹ ਟੁੱਟ ਗਿਆ, ਚੂਰ ਹੋ ਗਿਆ, ਹੰਕਾਰ ਖਤਮ ਹੋ ਗਿਆ। ਹਾਂਜੀ। ਤਉ ਨਾ ਦੇਖਿਓ ਬਿਨਾ ਵਿਕਾਰ। ਹਾਂ, ਕਹਿੰਦੇ ਗੁਰੂ ਪੂਰਾ ਨਹੀਂ ਕਿ ਨਿਰਵਿਕਾਰ ਗੁਰੂ ਨਹੀਂ ਕਿਤੇ ਨਜ਼ਰ ਆਇਆ। ਹਾਂਜੀ। ਜਾਂ ਤੇ ਸਤਿਗੁਰ ਸਭ ਤੇ ਦੀਰਘ। ਹੁਣ ਪਤਾ ਲੱਗਾ ਵੀ ਗੁਰੂ ਵੱਡਾ, ਗੁਰ ਜੈਸਾ ਨਾਹੀ ਕੋ ਦੇਵ। ਗੁਰੂ ਵਰਗਾ ਕੋਈ ਨਹੀਂ ਹੈ, ਗੁਰੂ ਸਭ ਤੋਂ ਵੱਡੇ, ਸਭ ਤੇ ਵੱਡਾ। ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਹਾਂਜੀ। ਜਿਨ ਕੇ ਮਿਲਤ ਸ਼ਾਂਤ ਚਿੱਤ ਪਾਏ। ਐਸੇ ਮਹਾਰਾਜ ਸਤਿਗੁਰੂ ਮਿਲਣ ਜਿਨ੍ਹਾਂ ਦੇ ਮਿਲਿਆ ਮਨ ਸ਼ਾਂਤ ਹੋ ਜਾਵੇ, ਮਨ ਦੀ ਸਾਰੀ ਭਟਕਣਾ ਮਿਟ ਜਾਵੇ। ਅਰਦਾਸ ਕਰਦੇ ਨੇ ਭਟ ਹੋਣ। ਹਾਂਜੀ। ਬਿਨਾ ਗਰਭ ਤੇ ਸਰਬ ਭਏ ਜਬ। ਜਦੋਂ ਇਹ ਭਟ ਹੰਕਾਰ ਤੋਂ ਰਹਿਤ ਹੋ ਗਏ, ਟੁੱਟ ਗਿਆ ਹੰਕਾਰ, ਤੇ ਅਰਦਾਸਾਂ ਦੇ ਵਿੱਚ ਲੀਨ ਹੋ ਗਏ। ਹਾਂਜੀ। ਸੁਦਾ ਸਰੋਵਰ ਕੀ ਦਿਸ਼ ਆਏ। ਇਹਨਾਂ ਦੇ ਕਦਮ ਤੁਰਦੇ ਸ੍ਰੀ ਅੰਮ੍ਰਿਤਸਰ ਵੱਲ ਹੋ ਗਏ। ਆਖੋ ਸਤਨਾਮ। ਉਹ ਅਕਾਲ ਪੁਰਖ ਦੇ ਹੱਥ ਡੋਰਾਂ ਨੇ। ਜਦੋਂ ਸਮਾਂ ਚੰਗਾ ਹੁੰਦਾ ਫਿਰ ਉਧਰ ਤੋਰ ਦਿੰਦਾ ਬੰਦੇ। ਕਈ ਵਾਰੀ ਬੰਦਾ 10-10 ਸਾਲ 15-15 ਸਾਲ ਵੱਖਰੇ ਡਾਕਟਰਾਂ ਕੋਲ ਧੱਕੇ ਖਾਂਦਾ, ਦਵਾਈਆਂ ਲੈਂਦਾ, ਮਹਿੰਗੇ ਇਲਾਜ ਕਰਾਉਂਦਾ, ਬਿਮਾਰੀ ਨਹੀਂ ਠੀਕ ਹੁੰਦੀ। ਜਦੋਂ ਠੀਕ ਹੋਣ ਦਾ ਟਾਈਮ ਆਉਂਦਾ ਤੇ ਪ੍ਰਮਾਤਮਾ ਇਹੋ ਜਿਹੇ ਪਾਸੇ ਲੈ ਜਾਂਦਾ ਜਿੱਥੇ ਆਸ ਵੀ ਨਹੀਂ ਹੁੰਦੀ, ਤੇ ਜਾਂਦਿਆਂ ਇੱਕ ਗੋਲੀ ਨਾਲ ਹੀ ਆਰਾਮ ਆ ਜਾਂਦਾ। ਉਹਦੀ ਖੇਡ ਹੈ, ਵਾਹਿਗੁਰੂ ਦੇ ਰੰਗ ਨੇ। ਸਮਾਂ ਆ ਗਿਆ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕੀ ਨਗਰੀ ਵੱਲ ਇਹਨਾਂ ਦੇ ਕਦਮ ਆਪੇ ਹੀ ਮੁੜ ਗਏ। ਹਾਂਜੀ। ਮਹਿਮਾ ਸੁਨਤ ਅਨੇਕ ਲੋਕ ਤੇ। ਰਸਤੇ 'ਚ ਗੁਰੂ ਦੀ ਮਹਿਮਾ ਸੁਣਾਈ ਦੇਣ ਲੱਗ ਪਈ। ਹੌਲੇ ਲੋਕਾਂ ਤੋਂ ਸੁਣਦੇ ਤੇ ਸ਼ਰਧਾ ਬਣਦੀ ਜਾਂਦੀ ਹੈ। ਹਾਂਜੀ। ਸ਼੍ਰੀ ਅਰਜਨ ਸਤਿਗੁਰ ਸੁਖ ਦਾਏ। ਸੁਣਿਆ ਜੈਸਾ ਸਤਿਗੁਰ ਸੁਣੀਦਾ। ਸੁਣਿਆ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੁੱਖਾਂ ਦੇ ਦਾਤੇ ਹਨ। ਉਹਨਾਂ ਦੇ ਦਰਵਾਜ਼ੇ ਤੋਂ ਕੋਈ ਪੁਰਾਣੀ ਨਿਰਾਸ਼ ਨਹੀਂ ਮੁੜਿਆ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਦੇਵਾ। ਅੰਤਰਜਾਮੀ ਹਨ, ਪੂਰਨ ਸਤਿਗੁਰੂ ਹਨ। ਹਾਂਜੀ। ਭਿੱਖੇ ਸਹਿਤ ਸਕਲ ਹੀ ਮਿਲ ਕੇ। ਭਿੱਖੇ ਦੀ ਜਥੇਦਾਰੀ ਹੇਠ ਇਹ ਸਾਰੇ ਭੱਟ 17 ਦੇ 17 ਚੱਲ ਪਏ ਹਨ। ਹਾਂਜੀ। ਦਰਸ਼ਨ ਹਿਤ ਚਿਤ ਚੌਂਪ ਵਟਾਏ। ਮਨ ਵਿੱਚ ਚਾਹ ਪੈਦਾ ਹੋਇਆ ਵੀ ਚਲੀਏ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ, ਉਥੋਂ ਖੈਰ ਪੈ ਜਾਵੇ, ਜਿਹੜੀ ਚੀਜ਼ ਚਾਹੁੰਦੇ ਆ ਮਿਲ ਜਾਵੇ। ਹਾਂਜੀ। ਗੁਣ ਕੋ ਸੁਨਤ ਸ਼ਾਂਤ ਹੋਏ ਆਈ। ਮਹਾਰਾਜ ਦੇ ਗੁਣ ਸੁਣਦੇ ਹੀ ਮਨ ਸ਼ਾਂਤ ਹੋ ਗਿਆ। ਇੱਕ ਤਾਂ ਹੁੰਦੇ ਦਰਸ਼ਨ ਕਰਕੇ ਕਈ ਮਹੀਨੇ ਕੋਲ ਰਹਿ ਕੇ ਵੀ ਗੱਲ ਨਹੀਂ ਸੀ ਬਣਦੀ। ਗੁਰੂ ਅਰਜਨ ਦੇਵ ਜੀ ਦਾ ਨਾਂ ਸੁਣ ਕੇ, ਉਹਨਾਂ ਦੇ ਗੁਣ ਸੁਣ ਕੇ ਮਨ ਨੂੰ ਠੰਡ ਪੈਣੀ ਸ਼ੁਰੂ। ਪੂਰੇ ਗੁਰੂ ਦੀ ਕਲਾ ਹੁੰਦੀ ਹੈ, ਕਲਾ ਵਰਤ ਗਈ। ਅਜੇ ਦੇ ਦਰਸ਼ਨ ਹੋਣੇ ਨੇ, ਸੁਣ ਕੇ ਹੀ ਗੱਲ ਬਣ ਗਈ ਕਹਿੰਦੇ। ਹਾਂਜੀ। ਸ਼੍ਰੀ ਅਰਜਨ ਕੋ ਸਿਮਰਤ ਨਾਮ। ਗੁਰੂ ਅਰਜਨ ਦੇਵ ਜੀ ਦਾ ਨਾਮ ਬਾਰ-ਬਾਰ ਰਸਨਾ ਤੇ ਆਉਂਦਾ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਯਾਦ ਕਰਦਿਆਂ ਚੱਲ ਪਏ। ਹਾਂਜੀ। ਸਭ ਪਹੁੰਚੇ ਹਰਮੰਦਰ ਮੈਂ ਜਬ। ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅੰਦਰ ਪਹੁੰਚੇ ਹਨ ਇਹ 17 ਭੱਟ। ਹਾਂਜੀ। ਦਰਸ਼ਨ ਭਿਖਿਓ ਅਜਬ ਅਬਿਰਾਮ। ਸ੍ਰੀ ਹਰਮੰਦਰ ਸਾਹਿਬ ਦੀ ਇਲਾਹੀ ਅਕਾਲੀ ਰਚਨਾ ਵੇਖੀ ਹੈ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ, ਉਹ ਧਿਆਨ ਮੈਂ ਨਾ ਧਿਆਨ ਰਹਿਓ, ਗਿਆਨ ਮੈਂ ਨਾ ਗਿਆਨ ਰਹਿਓ, ਕਤ ਮੈਂ ਨਾ ਕਤ। ਬੜਾ ਹੀ ਵਿਸ਼ਮ ਵਿਨੋਦੀ ਨਜ਼ਾਰਾ ਸ੍ਰੀ ਦਰਬਾਰ ਸਾਹਿਬ ਦਾ ਦੇਖਿਆ ਇਹਨਾਂ ਭੱਟਾਂ ਨੇ। ਹਾਂਜੀ। ਸ਼ਿਆਮ ਸਰੂਪ ਅਨੂਪ ਚਤੁਰ ਭੁਜ। ਉਥੇ ਪਰਮੇਸ਼ਰ ਦਾ, ਅਕਾਲ ਪੁਰਖ ਜੀ ਦਾ ਸਰਗੁਣ ਸਰੂਪ ਵੀ ਦੇਖਿਆ ਤੇ ਨਿਰਗੁਣ ਸਰੂਪ ਵੀ ਦੇਖਿਆ। ਦਰਸ਼ਨ ਕਰਕੇ ਬਿਸਮਾਦ ਵਿੱਚ ਆ ਗਏ। ਮਹਾਰਾਜ ਦੇ ਸਰੂਪ ਦਾ ਦਰਸ਼ਨ ਕਰਨ ਤੋਂ ਬਾਅਦ ਇਹਨਾਂ ਭੱਟਾਂ ਨੇ ਕਿਸ ਪ੍ਰਕਾਰ ਸਤਿਗੁਰੂ ਦੀ ਉਸਤਤ ਗਾਣੀ ਸ਼ੁਰੂ ਕੀਤੀ, ਕਿਵੇਂ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਨੂੰ ਪ੍ਰਵਾਨ ਕੀਤਾ, ਇਹਨਾਂ ਦੀ ਬਾਣੀ ਨੂੰ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ। ਉਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ।